Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ, ਅੰਬਰਾਂ ਦੇ ਸਰਨਾਵੇ ਪ੍ਰੋਗਰਾਮ 'ਚ ਅਸੀਂ ਅੱਜ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਲੱਗੇ ਹਾਂ, ਉਹਨਾਂ ਨੇ ਕਹਾਣੀ, ਨਾਵਲ, ਨਾਵਲੇਟ ਤੇ ਕਵਿਤਾ ਦੀਆਂ ਕਰੀਬ ਅਨੁਵਾਦ ਦੀਆਂ ਵਿੱਚ ਪਾ ਕੇ ਕਰੀਬ ਉਹਨਾਂ ਨੇ 31 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ। ਨਵਾਂ ਜ਼ਮਾਨਾ ਦੇ ਵਿੱਚ ਸਾਹਿਤ ਦਾ ਜਿਹੜਾ ਪੰਨਾ ਸੀ ਉਹਨਾਂ ਨੇ ਸੰਪਾਦਨਾ ਕੀਤੀ ਕਰੀਬ 25 ਸਾਲ। ਉਹਨਾਂ ਦੀ ਇੱਕ ਵੱਖਰੀ ਪਹਿਚਾਨ, ਵੱਖਰੇ ਮੁਕਾਮ 'ਤੇ ਉਹ ਆਪਣੇ ਸਾਹਿਤ ਦੇ ਖੇਤਰ ਵਿੱਚ ਉਹਨਾਂ ਨੇ ਮੁਕਾਮ ਹਾਸਲ ਕੀਤਾ। ਉਹ ਪ੍ਰਤੀਬੱਧ ਲੇਖਕ ਨੇ, ਬਹੁਪੱਖੀ ਲੇਖਕ ਨੇ। ਅੱਜ ਉਹ ਸਾਡੇ ਸਟੂਡੀਓ ਮਨਦੀਪ ਕੌਰ ਟਾਂਗਰਾ ਦੇ ਸਟੂਡੀਓ 'ਚ ਆਏ ਨੇ। ਬਲਬੀਰ ਪਰਵਾਨਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਇੱਥੇ ਆਉਣ 'ਤੇ। ਜੀ ਆਇਆਂ ਨੂੰ ਕਿ ਸਾਡੇ ਸੱਦੇ 'ਤੇ ਤੁਸੀਂ ਅੱਜ ਇੱਥੇ ਆਏ। ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਦਰਸ਼ਕ ਵੀ ਬੜੇ ਉਤਸੁਕਤ ਨੇ ਤੁਹਾਡੇ ਨਾਲ ਗੱਲਬਾਤ ਸੁਣਨ ਲਈ। ਅੱਛਾ ਪਰਵਾਨਾ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ। ਜਿਹੜਾ ਤੁਹਾਡਾ ਬੜਾ ਲੰਬਾ ਸਫ਼ਰ ਆ, ਲੰਬੀ ਘਾਲਣਾ, ਤੁਸੀਂ ਕਹਾਣੀ, ਨਾਵਲ ਬੜੀ ਪ੍ਰਪੱਕਤਾ ਦੇ ਨਾਲ ਲਿਖੇ ਆ, ਨਾਵਲੇਟ ਲਿਖੇ ਆ, ਕਵਿਤਾ ਲਿਖੀ ਆ, ਸੰਪਾਦਨਾ ਕੀਤੀ ਆ ਨਵਾਂ ਜ਼ਮਾਨਾ ਦੇ ਵਿੱਚ ਇੱਕ ਲੰਬਾ ਸਮਾਂ। ਆਪਣਾ ਜਿਹੜਾ ਪਰਿਵਾਰਕ ਪਿਛੋਕੜ ਆ, ਆਪਾਂ ਗੱਲ ਉੱਥੋਂ ਸ਼ੁਰੂ ਕਰਦੇ ਹਾਂ ਅਤੇ ਉਹਦੇ ਬਾਰੇ ਸਾਨੂੰ ਵਿਸਥਾਰ ਨਾਲ ਦੱਸੋ ਕਿ ਕਿਵੇਂ। ਦੇਖੋ, ਮੇਰਾ ਜਿਹੜੀ ਜਨਮ ਹੈ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਤਹਿਸੀਲ 'ਚ ਇੱਕ ਬੜਾ ਪਛੜਿਆ ਹੋਇਆ ਇਲਾਕਾ, ਬਚਵਾਈ ਉਹਨੂੰ ਕਹਿੰਦੇ ਆ, ਅਤੇ ਜਿੱਥੇ ਨਾ ਬਹੁਤ ਪਾਣੀ ਹੁੰਦਾ ਸੀ। ਸ਼ੰਭ ਵਰਗਾ ਏਰੀਆ ਸੀ ਉਹ, ਅਤੇ ਸਾਡੇ ਏਰੀਏ 'ਚ ਕੋਈ ਪੱਕੀ ਸੜਕ ਨਹੀਂ ਸੀ ਹੁੰਦੀ। ਮੈਂ 75 ਤੋਂ ਪਹਿਲਾਂ ਨਾ ਹੀ ਕੋਈ ਆਉਣ ਜਾਣ ਦਾ ਠੀਕ ਸਾਧਨ ਸੀ। ਉਸ ਇਲਾਕੇ 'ਚ ਮੇਰਾ ਬਚਪਨ ਜਨਮ ਹੋਇਆ, ਅਤੇ ਪਿੰਡ ਦੇ ਸਕੂਲ 'ਚੋਂ ਪ੍ਰਾਇਮਰੀ ਕਰਨ ਤੋਂ ਬਾਅਦ ਸਾਡੇ ਪਿੰਡੋਂ 6 ਕਿਲੋਮੀਟਰ ਸਕੂਲ ਹੁੰਦਾ ਹੈ, ਸਰਕਾਰੀ ਹਾਈ ਸਕੂਲ ਜੰਡਵਾਲ, ਜਿੱਥੋਂ ਮੈਂ 10ਵੀਂ ਕੀਤੀ। ਬਾਅਦ ਮੁਕੇਰੀਆਂ ਕਾਲਜ ਸੀ। ਸੋ ਜਦੋਂ ਮੈਂ ਹੁਣ ਲਿਖਦਾ ਵੀ ਹੈ ਨਾ, ਅਤੇ ਮੇਰੀਆਂ ਲਿਖਤਾਂ ਦੇ ਵਿੱਚ ਉਹ ਜਿਹੜਾ ਸਾਡੇ ਇਲਾਕੇ ਦੀ ਇੱਕ ਵਿਲੱਖਣਤਾ ਸੀ, ਸ਼ੰਭ, ਚੋ, ਕੂਲਾਂ, ਹੈ ਨਾ। ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਸਾਰੇ ਉਸ ਨੂੰ ਲੈ ਕੇ ਆਵਾਂ। ਮੈਨੂੰ ਲੱਗਦਾ ਹਰ ਲੇਖਕ ਦੇ ਬਚਪਨ ਕਿਸੇ ਉਹਦੀ ਸ਼ਖਸੀਅਤ ਨੂੰ ਘੜਨ 'ਚ ਅਤੇ ਉਹਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਘੜਨ 'ਚ ਉਹ ਬਚਪਨ ਕਦੀ ਉਹਦਾ ਜਿਹੜਾ ਪਿੱਛਾ ਨਹੀਂ ਛੱਡਦਾ। ਬਲਵੀਰ ਜੀ, ਹਾਂ, ਇਹ ਗੱਲ ਬਿਲਕੁਲ ਤੁਹਾਡੀ ਸਹੀ ਆ। ਇਹ ਜਿਹੜਾ ਲਿਖਣ ਦਾ ਸਫ਼ਰ, ਮਤਲਬ ਇਹ ਸ਼ੁਰੂ ਕਿੱਦਾਂ ਹੋ ਗਿਆ? ਇੱਕ ਸਧਾਰਨ ਪਿੰਡ 'ਚੋਂ ਉੱਠ ਕੇ ਜਾਂ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਪਹਿਲਾਂ? ਇਹ ਕਿਵੇਂ ਸਬੱਬ ਬਣਿਆ? ਮਤਲਬ ਅਸਲ 'ਚ ਜਦੋਂ ਅਸੀਂ ਕਾਲਜ ਗਏ ਨਾ, ਸਾਨੂੰ ਪ੍ਰੋਫੈਸਰ ਦਵਿੰਦਰ ਸਿੰਘ ਪੰਜਾਬੀ ਪੜ੍ਹਾਉਣ ਲੱਗੇ। ਉਹ ਜਿਹੜੇ ਜੰਮੂ ਯੂਨੀਵਰਸਿਟੀ ਤੋਂ ਬਾਅਦ 'ਚ ਹੈੱਡ ਵਜੋਂ ਰਿਟਾਇਰ ਹੋਏ। ਉਹ ਲਿਖਦੇ ਸੀ, ਅਤੇ ਉਹਨਾਂ ਨੇ ਜਦੋਂ ਕਾਲਜ ਮੈਗਜ਼ੀਨ ਲਈ ਰਚਨਾਵਾਂ ਮੰਗੀਆਂ, ਅਤੇ ਉਹਨਾਂ ਨੇ ਨਾ ਜਿੱਦਾਂ ਦੇਖਾ ਦੇਖੀ ਮੈਂ ਵੀ ਦੇ ਦਿੱਤੀਆਂ 2-3 ਰਚਨਾਵਾਂ। ਮਿੰਨੀ ਕਹਾਣੀਆਂ ਸੀ, ਗਜ਼ਲਾਂ ਗੁਜ਼ਲਾਂ ਜਿਹੋ ਜਿਹੀਆਂ ਉਸ ਟੀਨ 'ਚ ਲਿਖਦੇ ਆਪਾਂ ਸਾਰੇ। ਉਹ ਦੇ ਕੇ
ਮੈਂ 3 ਚੀਜ਼ਾਂ ਦਿੱਤੀਆਂ, ਤਿੰਨੇ ਛਪ ਗਈਆਂ ਤੇ ਉਹਨਾਂ ਨੇ ਮੈਨੂੰ ਬਾਅਦ ਚ ਨਾ ਕਹਿੰਦੇ ਵੀ ਯਾਰ ਤੂੰ ਲਿਖਿਆ ਕਰ। ਉਹ ਇੱਕ ਸ਼ਾਬਾਸ਼ੀ ਮਿਲੀ ਤੇ ਦੂਜਾ ਉਹਨਾਂ ਨੇ ਮੈਨੂੰ ਪੜ੍ਹਨ ਲਾਤਾ ਵੀ ਲਿਖਣ ਦੇ ਨਾਲ ਨਾਲ ਕਹਿੰਦੇ ਵੀ ਜਿਹੜਾ ਨਾ ਪੜ੍ਹਨਾ ਬਹੁਤ ਜ਼ਰੂਰੀ, ਜੇ ਤੁਹਾਡੀ ਸਮਝ ਨਹੀਂ ਬਣਦੀ ਤੁਸੀਂ ਲਿਖ ਨਹੀਂ ਸਕਦੇ। ਮਤਲਬ ਹੈਰਾਨ ਹੋਵੋਗੇ ਕਿ ਮੈਂ ਉਧਰੋਂ ਐਗਜ਼ਾਮ ਆਉਂਦੇ ਸੀ ਤੇ ਉਧਰੋਂ ਮੈਂ ਰਾਤ ਨੂੰ ਨਾਵਲ ਫੜ ਕੇ ਬੈਠਾ ਹੁੰਦਾ, ਪੜ੍ਹਦਾ ਹੁੰਦਾ, ਨਾਵਲ ਹੀ ਪੜ੍ਹਦੇ ਰਹਿਣਾ। ਐਗਜ਼ਾਮ ਦੀ ਤਿਆਰੀ ਦਾ ਮੈਨੂੰ ਬਹੁਤਾ ਫਿਕਰ ਨਹੀਂ ਹੁੰਦਾ। ਉਹਨਾਂ ਦਿਨਾਂ 'ਚ ਮੈਂ ਮਕੇਰੀਆਂ ਕਾਲਜ ਲਾਇਬ੍ਰੇਰੀ ਦੀਆਂ ਲਗਭਗ ਸਾਰੀਆਂ ਕਿਤਾਬਾਂ ਪੜ੍ਹੀਆਂ, ਫਿਰ ਤਾਂ ਖੁੱਲਦਾ ਗਿਆ ਹੈ ਨਾ। ਸੋ ਮੈਨੂੰ ਲੱਗਦਾ ਕਿ ਟੀਚਰਾਂ ਦਾ ਬਹੁਤ ਭੂਮਿਕਾ ਹੁੰਦੀ ਹੈ, ਦੋਸਤਾਂ ਦੀ ਬਹੁਤ ਭੂਮਿਕਾ ਹੁੰਦੀ ਹੈ, ਤੇ ਖਾਸ ਕਰਕੇ ਫਿਰ ਤੁਹਾਡੇ ਅੰਦਰ ਜੇ ਫਾਇਰ ਹੈ ਨਾ ਵੀ ਯਾਰ ਮੈਂ ਇਸ ਸਮਾਜ 'ਚ ਬਹੁਤ ਕੁਝ ਗਲਤ ਹੋ ਰਿਹਾ, ਕਿਉਂਕਿ ਸਾਡੀ ਏਰੀਆ 'ਚ ਕਮਿਊਨਿਸਟ ਮੂਵਮੈਂਟ ਵੀ ਸੀ ਤੇ ਅਸੀਂ ਕਮਿਊਨਿਸਟ ਮੂਵਮੈਂਟ ਨਾਲ ਵੀ ਜੁੜ ਗਏ ਤੇ ਉਹ ਸਾਨੂੰ ਲੱਗਣ ਲੱਗ ਪਿਆ ਵੀ ਯਾਰ ਸਮਾਜ 'ਚ ਬਹੁਤ ਕੁਝ ਗਲਤ ਹੋ ਰਿਹਾ, ਗਰੀਬ ਨਾਲ ਬਹੁਤ ਧੱਕਾ ਹੋ ਰਿਹਾ, ਉਹਨਾਂ ਦੀ ਲੁੱਟ ਹੋ ਰਹੀ ਹੈ ਤੇ ਇਹ ਸਮਾਜ 'ਚ ਬੇਇਨਸਾਫੀ ਨਹੀਂ ਹੋਣੀ ਚਾਹੀਦੀ, ਬਰਾਬਰੀ ਹੋਣੀ ਚਾਹੀਦੀ ਹੈ। ਤੇ ਇਹ ਸਾਰਾ ਕੁਝ ਹੀ ਮੇਰੀਆਂ ਲਿਖਤਾਂ 'ਚ ਫਿਰ ਪਾਸ ਆਇਆ। ਤੁਹਾਡੇ ਅਸਲ 'ਚ ਪਰਵਾਨਾ ਜੀ ਗੱਲ ਇਹ ਆ ਵੀ ਉਹੀ ਜਿਸ ਲੇਖਕ ਦੇ ਸੁਭਾਅ ਵਿੱਚ ਵਿਰੋਧ ਨਹੀਂ ਹੈਗਾ ਤੇ ਉਹ ਆਪਣਾ ਸਫ਼ਰ ਸ਼ੁਰੂ ਨਹੀਂ ਕਰ ਸਕਦਾ। ਯਾਨੀ ਜੋ ਸਮਾਜ ਦੇ ਵਿੱਚ ਉਦੋਂ ਵਰਤਾਰਾ ਵਾਪਰ ਰਿਹਾ ਸੀਗਾ, ਲਹਿਰ ਦੇ ਨਾਲ ਤੁਸੀਂ ਜੁੜ ਗਏ ਤੇ ਤੁਹਾਡੇ ਲਿਖਣ ਦਾ ਬੇਸਿਕਲੀ ਸਬੱਬ ਜਿਹੜਾ ਉਹੀ ਬਣਿਆ। ਬਿਲਕੁਲ ਬਿਲਕੁਲ। ਅੱਛਾ, ਤੁਸੀਂ ਹੁਣ ਆਪਣਾ ਕਹਾਣੀ ਵੀ ਲਿਖੀ, ਨਾਵਲ ਵੀ ਲਿਖੇ, ਸ਼ੁਰੂ ਜਿਹੜਾ ਸਫ਼ਰ ਤੁਹਾਡਾ ਕਵਿਤਾ ਤੋਂ ਹੋਇਆ ਹੈ ਨਾ, ਤੇ ਸਭ ਤੋਂ ਜ਼ਿਆਦਾ ਕਿਹੜੀ ਵਿਧਾ 'ਚ ਲਿਖ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ? ਦੇਖੋ, ਸੰਤੁਸ਼ਟੀ ਤਾਂ ਨਾਵਲ ਲਿਖ ਕੇ ਮਿਲਦੀ ਹੈ। ਨਾਵਲ ਭਾਵੇਂ ਮੈਂ ਲੇਟਰ ਲਿਖਣ ਲੱਗਿਆ, ਪਰ ਨਾਵਲ ਇੱਕ ਇਹੋ ਜਿਹੀ ਵਿਧਾ, ਨਾਵਲ 'ਚ ਨਾ ਤੁਸੀਂ ਇੱਕ ਆਪਣਾ ਸੰਸਾਰ ਸਿਰ ਸਕਦੇ ਹੋ। ਇਹ ਪੋਸੀਬਿਲਿਟੀ ਜਿਹੜੀ, ਇਹ ਸੰਭਾਵਨਾ ਕਵਿਤਾ 'ਚ ਨਹੀਂ ਹੁੰਦੀ, ਇਹ ਸੰਭਾਵਨਾ ਮਿੰਨੀ ਕਹਾਣੀ 'ਚ ਨਹੀਂ, ਤੇ ਈਵਨ ਕਹਾਣੀ 'ਚ ਵੀ ਨਹੀਂ, ਬਹੁਤ ਘੱਟ ਹੈ। ਨਾਵਲ 'ਚ ਤਾਂ ਤੁਸੀਂ ਇੱਕ ਪੂਰਾ ਦਾ ਪੂਰਾ ਖਿੱਤਾ ਸਿੱਝ ਲੈਂਦੇ ਹੋ। ਉੱਥੇ ਲੋਕ ਕਿਹੋ ਜਿਹੇ ਨੇ, ਉਹਨੇ ਸੁਭਾਅ ਕਿਹੋ ਜਿਹੇ ਨੇ, ਉੱਥੇ ਰੁੱਖ ਕਿਹੋ ਜਿਹੇ ਨੇ, ਉੱਥੇ ਫਸਲਾਂ ਕਿਹੋ ਜਿਹੀਆਂ ਨੇ। ਮਤਲਬ ਨਾਵਲ 'ਚ ਇੰਨੀਆਂ ਸੰਭਾਵਨਾਵਾਂ ਨੇ, ਇਹ ਕਈ ਵਾਰ ਸੁਭਾਅ ਨਾਲ ਵੀ ਤੁਹਾਡੇ ਲੁੜਦੀ ਨੇ। ਕਈ ਬਹੁਤ ਵੱਡੇ ਕਵੀ ਨੇ, ਹੁਣ ਜਿਵੇਂ ਸ਼ਿਵ ਹੈ, ਸ਼ਿਵ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਨਾਵਲ ਜਾਂ ਹੋਰ ਸਾਰੀ ਕੁਝ ਭੁੱਲ ਜਾਂਦੀ। ਇਹ ਮੈਨੂੰ ਲੱਗਦਾ ਹਰ ਲੇਖਕ ਦੇ ਨਾ ਵਿਅਕਤੀਤਵ ਦਾ ਕੋਈ ਹਿੱਸਾ ਹੁੰਦਾ ਤੇ ਉਹ ਕਿਸ ਵਿਧਾ 'ਚ ਵੱਧ ਚੰਗੀ ਤਰ੍ਹਾਂ ਆਪਣੇ ਆਪ ਨੂੰ ਪ੍ਰਗਟਾ ਸਕਦਾ, ਆਪਣੇ ਵਿਚਾਰਾਂ ਨੂੰ ਪ੍ਰਗਟਾ ਸਕਦਾ। ਮੈਨੂੰ ਨਾਵਲ ਤੇ ਆ ਕੇ ਲੱਗਿਆ, ਮੈਂ ਪਿਛਲੇ 15 ਸਾਲਾਂ ਤੋਂ ਨਾਵਲ ਹੀ ਲਿਖ ਰਿਹਾ ਤੇ ਮੈਨੂੰ ਲੱਗਦਾ ਕਿ ਮੈਂ ਇਹਦੇ 'ਚ ਵੱਧ ਚੰਗੀ ਤਰ੍ਹਾਂ ਆਪਣੀ ਅੰਦਰਲੀ ਗੱਲ ਤੇ ਆਪਣੇ ਆਲੇ ਦੁਆਲੇ ਸਮਾਜ ਨੂੰ ਪੇਸ਼ ਕਰ ਨਹੀਂ, ਇੱਕ ਗੱਲ ਹੋਰ ਆ, ਚਲੋ ਜਿਸ ਤਰ੍ਹਾਂ ਲੇਖਕ ਦਾ ਸੋਚ ਦਾ ਘੇਰਾ ਵਸੀਹ ਹੋ ਜਾਂਦਾ, ਉਦਾਂ ਉਹਦੇ ਅੱਗੇ ਰਸਤੇ ਖੁੱਲਦੇ ਜਾਂਦੇ। ਕਵਿਤਾ ਦੀਆਂ ਵੀ 6 ਕਿਤਾਬਾਂ ਤੁਹਾਡੀਆਂ ਆਈਆਂ, ਤੁਹਾਨੂੰ ਲੱਗਾ ਨਹੀਂ ਕਿ ਉਹਦੇ 'ਚ ਤੁਸੀਂ ਆਪਣੀ ਗੱਲ ਕਹਿ ਰਹੇ ਆ, ਜਦੋਂ ਕਿ ਉਹ ਕਵਿਤਾ ਵੀ ਤੁਹਾਡੀਆਂ ਬੜੀਆਂ ਚਰਚਿਤ ਰਹੀਆਂ, ਇੱਕ ਸੋਚ ਨਾਲ ਜੁੜੀ ਹੋਈ ਸੀ, ਪ੍ਰਤੀਬੱਧਤਾ ਉਹਦੇ 'ਚ ਸੀਗੀ ਸਾਰਾ ਕੁਝ। ਵਿਸ਼ਾਲ ਜੀ, ਇੱਥੇ ਨਾ ਮਤਲਬ ਮੈਂ ਜਦੋਂ ਕਵਿਤਾ ਲਿਖ ਰਿਹਾ ਸੀ, ਤੁਸੀਂ ਮੇਰੀ ਕਵਿਤਾ ਪੜ੍ਹੀ ਵੀ ਹੈ, ਉਹਦੇ 'ਚ ਨਾ ਦ੍ਰਿਸ਼ ਚਿੱਤਰਨ ਤੇ ਬਹੁਤ ਜ਼ੋਰ ਹੈ। ਉਹ ਕਿਤੇ ਨਾ ਕਿਤੇ ਜਿਹੜੇ ਨਾਵਲ ਦੇ ਬੀਜ ਸੀ ਨਾ, ਉੱਥੇ ਪਏ ਸੀ। ਉਹੀ ਹੀ ਜਿਹੜੀ ਕਿਤਾਬ ਨਾ ਮੈਂ ਲਗਾਤਾਰ ਕਵਿਤਾ 'ਚ ਮੈਂ ਜਦੋਂ ਲਿਖਦਾ ਗਿਆ, ਮੈਨੂੰ ਲੱਗਦਾ ਸੀ ਕਿ ਜੋ ਮੇਰੇ ਮਨ 'ਚ ਮੈਂ ਕਹਿ ਨਹੀਂ ਰਿਹਾ। ਤੇ ਪਰ ਜਦੋਂ ਇੱਕ ਵਾਰੀ ਨਾਵਲ 'ਚ ਪੈਰ ਪਾ ਲਿਆ, ਕਿ 1908 'ਚ ਮੈਂ ਪਹਿਲਾ ਨਾਵਲ ਲਿਖਿਆ ਤੇ ਉਸ ਤੋਂ ਬਾਅਦ ਮੈਂ ਇੱਕ ਵੀ ਕਵਿਤਾ ਨਹੀਂ ਲਿਖ ਸਕਿਆ, ਕਿਉਂਕਿ ਮੈਨੂੰ ਲੱਗਦਾ ਜਿਹੜੀ ਕਵਿਤਾ ਵਾਲੀ ਫੀਲਿੰਗ, ਜੋ ਮੈਂ ਅਹਿਸਾਸ ਨੇ, ਉਹ ਮੈਂ ਨਾਵਲ 'ਚ ਕਹਿ ਰਿਹਾ। ਤੇ ਨਾਵਲ ਇਹੋ ਜਿਹੀ ਵਿਧਾ ਕਿ ਤੁਸੀਂ ਜਦੋਂ ਸਾਲ ਲੱਗੇ ਰਹਿੰਦੇ, ਤੁਸੀਂ ਪੂਰੇ ਇਹਦੇ ਵਿੱਚ ਵਿਚਰਦੇ ਰਹਿੰਦੇ ਹੋ ਤੇ ਉਸ ਵਿਚਰਨ 'ਚ ਤੁਹਾਨੂੰ ਚੇਤਾ ਹੀ ਨਹੀਂ ਹੁੰਦਾ ਕਿ ਕੋਈ ਕਵਿਤਾ ਵੀ ਲਿਖੀ। ਅੱਛਾ ਪਰਵਾਨਾ ਜੀ, ਜੇ ਆਪਾਂ ਨਵਾਂ ਜ਼ਮਾਨਾ ਦਾ ਆਪਾਂ ਜ਼ਿਕਰ ਕਰੀਏ ਤਾਂ ਚਲੋ ਉੱਥੇ ਹੋਰ ਵੀ ਬਹੁਤ ਸਾਰੇ ਸੁਹਿਰਦ ਲੋਕ ਸੀ ਤੁਹਾਡੇ ਨਾਲ, ਜਿਨ੍ਹਾਂ 'ਚ ਪੰਨੂ ਸਾਹਿਬ ਜਾਂ ਹੋਰ ਆਨੰਦ ਸਾਹਿਬ ਸੀ, ਸੁਕੀਰਤ ਸੀ, ਸਾਰੇ ਕੰਮ ਕਰਦੇ ਸੀਗੇ, ਹੋਰ ਵੀ ਦੋਸਤ ਆਏ ਚਲੇ ਗਏ, ਹੈ ਨਾ। ਹੁਣ ਨਵਾਂ ਜ਼ਮਾਨਾ ਜਿਹੜਾ ਅਖਬਾਰ ਸੀ ਅੱਜ ਵੀ ਚੱਲ ਰਹੀ ਆ, ਤੁਹਾਡੀ ਇੰਡੀਵਿਜੂਅਲ ਪਰਸਨੈਲਿਟੀ ਦੇ ਨਾਲ ਉਹਦਾ ਮੇਲ ਹੋ ਗਿਆ, ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ। ਮਤਲਬ ਇਹਦੇ ਵਿੱਚ ਕੋਈ ਅਤਕਥਨੀ ਨਹੀਂ, ਦੋ ਰਾਇਆਂ ਨਹੀਂ ਹੈਗੀਆਂ ਕਿ ਜੇ ਮੈਂ ਕਹਾਂ ਕਿ ਦੇਸ਼ ਤੋਂ ਬਾਹਰ, ਮਤਲਬ ਬਾਹਰਲੇ ਦੇਸ਼ਾਂ ਤੱਕ, ਮੈਂ ਖੁਦ ਇਟਲੀ ਅਖਬਾਰ ਮੰਗਵਾਉਂਦਾ ਰਿਹਾ, ਨਵਾਂ ਜ਼ਮਾਨਾ ਅੱਜ ਵੀ ਪੜ੍ਹਦੇ ਆ, ਤੇ ਬਰਵੀਰ ਪਰਵਾਨੇ ਦੇ ਨਾਲ ਉਹ ਨਾ ਜੁੜ ਗਿਆ ਨਵਾਂ ਜ਼ਮਾਨਾ। ਪਿੰਡ 'ਚ ਉੱਠ ਕੇ ਉੱਥੋਂ ਤੱਕ ਆਉਣਾ, ਉਹ ਕਿੱਦਾਂ ਸਬੱਬ ਬਣਿਆ? ਮੈਂ ਲਹਿਰ ਨਾਲ ਜੁੜਿਆ ਹੋਇਆ ਸੀ ਤੇ ਨਵਾਂ ਜ਼ਮਾਨਾ ਤੇ ਲੋਕ ਲਹਿਰ 'ਚ ਅਕਸਰ ਆਉਂਦਾ ਜਾਂਦਾ ਸੀ, ਤੇ ਮੈਂ ਨਵਾਂ ਜ਼ਮਾਨਾ 'ਚ ਘੁੰਮਣ ਆਇਆ ਹੋਇਆ ਵੈਸੇ, ਹੈ ਨਾ, ਮਿਲਣ ਮੁਲਣ ਜਲੰਧਰ ਆਉਣਾ ਤੇ, ਹੈ ਨਾ। ਤੇ ਜੀਰਬੀ, ਉਦੋਂ ਜੀਰਬੀ ਸਾਹਿਬ ਸੀ ਇੱਥੇ, ਨਿਊਜ਼ ਰੀਡਰ ਸੀ। ਜੀਰਬੀ ਸਾਹਿਬ ਮੈਨੂੰ ਕਹਿੰਦੇ ਵੀ ਕੀ ਕਰਦਾ ਹੁੰਦਾ? ਮੈਂ ਕਿਹਾ ਮੈਂ ਘਰ ਖੇਤੀ ਦਾ ਮਾੜਾ ਮੋਟਾ, ਉਹ ਵੀ ਪੇਰੈਂਟਸ ਨਾਲ, ਕਿਉਂਕਿ ਮੇਰੀ ਕੋਈ ਮੁੱਖ ਜ਼ਿੰਮੇਵਾਰੀ ਨਹੀਂ, ਜੋ ਘਰ ਦੇ ਕਰਦੇ ਸੀ, ਜੇ ਮੈਂ ਵਿਹਲਾ ਹੋਇਆ ਤਾਂ ਮੈਂ ਉਹਨਾਂ ਨੂੰ ਜਾ ਕੇ ਕੁਝ ਕਰਾ ਦੇਣਾ, ਨਹੀਂ ਤਾਂ ਉਹ ਕਹਿੰਦੇ ਸਾਡੇ ਕੋਲ ਆ ਜਾ।
ਉਹਨਾਂ ਦੇ ਵਿੱਚ ਅੱਤਵਾਦ ਦਾ ਬਹੁਤ ਜ਼ੋਰ ਸੀ ਤੇ ਇਹਨਾਂ ਅਖਬਾਰਾਂ 'ਚ ਕੋਈ ਐਡੀਟਰ ਜਾਣ ਤੋਂ ਡਰਦਾ ਵੀ ਸੀ ਤੇ ਉਹ ਵੀ ਥੋੜਾ ਜਿਹਾ ਡਰਦੇ ਸੀ ਵੀ ਕੋਈ ਬੰਦਾ ਕਿਸ ਪਿਛੋਕੜ ਦਾ ਆ ਰਿਹਾ, ਕਿਉਂਕਿ ਮੇਰੇ ਬਾਰੇ ਬਹੁਤ ਪੁਰਾਣੇ ਰਿਲੇਸ਼ਨ ਸੀ। ਉਹਨਾਂ ਨੇ ਕਿਹਾ ਤੂੰ ਸਾਡੇ ਕੋਲ ਆ ਜਾ, ਮੈਂ ਕਿਹਾ ਜੀ ਠੀਕ ਹੈ। ਮੈਂ ਤੀਸਰੇ ਦਿਨ ਜਾ ਕੇ ਬਹਿ ਗਿਆ, ਖਬਰਾਂ ਸਿੱਖੀਆਂ। ਪਹਿਲਾਂ ਮੈਂ 2 ਸਾਲ ਨਿਊਜ਼ ਵਾਲੇ ਪਾਸੇ ਰਿਹਾ, ਪਰ ਮੇਰਾ ਜੀ ਨਾ ਲੱਗਦਾ ਨਹੀਂ ਸੀ ਉੱਥੇ। ਹੋਇਆ ਸਵਾਬ ਇਹ ਬਣਿਆ ਕਿ ਜਦੋਂ ਅਖਬਾਰ ਦੀ ਪ੍ਰੈਸ਼ਰ ਬਾਹਰਲਾ ਬਹੁਤ ਵੱਧ ਗਿਆ, ਏਜੰਸੀਆਂ ਬੰਦ ਹੋਣ ਲੱਗ ਪਈਆਂ ਤੇ ਇਹ ਸੋਚਿਆ ਜਾਣ ਲੱਗ ਪਿਆ ਕਿ ਇਹਦਾ ਸਾਹਿਤਕ ਜਿਹੜਾ ਮੈਗਜ਼ੀਨ ਹੈ ਇਹਦੇ ਤੇ ਜ਼ੋਰ ਲਾਇਆ ਜਾਏ। ਮੇਰੇ ਤੋਂ ਪਹਿਲਾਂ ਜਿਹੜੇ ਬੰਦੇ ਸੀ ਉਹ ਗੈਰ ਸਾਹਿਤਕ ਕਿਸਮ ਦੇ ਸੀ, ਉਹਨਾਂ ਨੇ ਕੋਈ ਇਸ ਤੇ ਮੈਨੂੰ ਆਨੰਦ ਸਾਹਿਬ ਕਹਿੰਦੇ ਵੀ ਚੱਲ ਤੈਨੂੰ ਖਬਰਾਂ ਨੂੰ ਹਟਾ ਕੇ ਤੂੰ ਇੱਧਰ ਚਲੇ ਜਾ। ਮੇਰੇ ਮਨ ਦੀ ਹੋ ਗਈ। ਉਸ ਤੋਂ ਬਾਅਦ ਫਿਰ ਕਿਉਂਕਿ ਮੇਰਾ ਸਰਕਲ ਵੀ ਸਾਰਾ ਦੋਸਤਾਂ ਦਾ, ਲੇਖਕ, ਪੱਤਰਕਾਰ, ਕਵੀ ਸਾਰੇ ਸੀ, ਮੈਂ ਸਾਰਿਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਅੰਦਰ ਵੀ ਜੋ ਸੀ ਹਨਾ ਉਹ ਸਾਰਾ ਕੁਝ ਆ ਗਿਆ। ਸਭ ਤੋਂ ਵੱਡੀ ਗੱਲ ਸੀ ਆਨੰਦ ਸਾਹਿਬ ਨੇ ਖੁਦ ਬਹੁਤ, ਆਨੰਦ ਸਾਹਿਬ ਬਾਕਮਾਲ ਐਡੀਟਰ ਸੀ। ਮਤਲਬ ਮੇਰੇ ਤੇ ਇੱਕ ਮੈਂ ਬਹੁਤ ਜੂਨੀਅਰ ਸੀ ਉਸ ਵੇਲੇ ਤਾਂ, ਪਰ ਜਿਹੜਾ ਮੈਂ ਲੈ ਕੇ ਗਿਆ ਪ੍ਰੋਜੈਕਟ ਉਹਨਾਂ ਨੇ ਮੇਰੇ ਨਾਲ ਡਿਸਕਸ ਕੀਤਾ। ਜੇ ਉਹਨਾਂ ਨੂੰ ਜੱਜ ਗਿਆ ਤੇ ਉਹ ਕਹਿੰਦੇ ਓਕੇ। ਮੁੜ ਕੇ ਉਹਨਾਂ ਨੇ ਨਾ ਕਦੀ ਜੇ ਕਿਸੇ ਨੇ ਕਿਹਾ ਵੀ ਆਹ ਗਲਤ ਹੋ ਰਿਹਾ ਜੀ ਏਦਾਂ ਜੀ, ਕਿਉਂਕਿ ਪਾਰਟੀ ਦਾ ਅਖਬਾਰ ਸੀ ਪਹਿਲਾਂ ਤੇ ਉਹਨਾਂ ਨੂੰ ਲੱਗਦਾ ਸੀ, ਕਿਉਂਕਿ ਮੈਂ ਜਦੋਂ ਦੂਜੇ ਬਾਹਰਲੇ ਘੇਰੇ ਵਾਲੇ ਲੋਕ ਛਾਪਣੇ ਸ਼ੁਰੂ ਕੀਤੇ, ਕਈਆਂ ਨੂੰ ਤੰਗ ਜਿਹੜੇ ਜੁੜੇ ਹੋਏ ਪਹਿਲੇ ਉਹਨਾਂ ਨੂੰ ਤੰਗ ਵੀ, ਪਰ ਉਹਨਾਂ ਨੇ ਜਿਹੜੇ ਪੜ੍ਹਨਾ ਉਹਨਾਂ ਨੇ ਕਹਿਣਾ ਵੀ ਜੇ ਤਾਂ ਲਿਖਤ ਮਾੜੀ ਹੈ ਤੇ ਦੱਸੋ, ਇਹ ਨਾ ਕੋਈ ਸੰਬੰਧ ਨਹੀਂ ਕਿ ਸਾਡੇ ਨਾਲ ਜੁੜਿਆ ਹੋਇਆ ਕਿ ਨਹੀਂ। ਮਤਲਬ ਇੱਕ ਜਿਹੜਾ ਐਡੀਟਰ ਦੀ ਭੂਮਿਕਾ ਮੈਂ ਆਨੰਦ ਸਾਹਿਬ ਤੋਂ ਸਿੱਖੀ ਹੈ ਵੀ ਕਦੀ ਵੀ ਜਿਹੜੀ ਲਿਖਤ ਹੈ ਉਹ ਤੇ ਲੇਖ ਖਾਵੀ ਨਾ ਹੋ। ਲਿਖਤ ਨੂੰ ਵਿਚਾਰੋ, ਲੇਖ ਨੂੰ ਨਹੀਂ। ਉਹਨੇ ਤੁਹਾਡੇ ਸੰਨ ਚੰਗੇ ਨੇ ਮਾੜੇ ਨੇ ਇਹ ਭੁੱਲ ਜਾਓ। ਸੋ ਮੈਨੂੰ ਉਹ ਜਿਹੜਾ ਸੀ ਉਹਨਾਂ ਨੇ ਖੁੱਲ੍ਹ ਦਿੱਤੀ ਕੰਮ ਕਰਨੀ, ਉਹਦੇ ਨਾਲ ਮੈਨੂੰ ਬਹੁਤ ਕੁਝ ਕਰਨਾ। ਅੱਛਾ ਪ੍ਰਵਾਨਿਤ ਜੀ, ਜਦੋਂ ਅਸੀਂ ਇੱਕ ਅਦਾਰੇ ਨਾਲ ਜੁੜ ਜਾਂਦੇ ਹਾਂ, ਇੱਕ ਆਫਿਸ ਦੇ ਵਿੱਚ ਕੰਮ ਕਰਦੇ, ਬਹੁਤ ਸਾਰੇ ਦੋਸਤਾਂ ਦਾ ਘੇਰਾ ਵੀ ਹੋ ਜਾਂਦਾ, ਮਿਲਣ ਗਿਲਣ ਦਾ, ਕੰਮ ਕਰਨ ਦਾ, ਤੇ ਉੱਥੇ ਮਿੱਠੇ ਕੋੜੇ ਤਜਰਬੇ ਵੀ ਹੁੰਦੇ ਰਹਿੰਦੇ ਆ। ਕੋਈ ਬਹੁਤ ਖੂਬਸੂਰਤ ਘਟਨਾ ਵਾਪਰੀ ਹੋਵੇ ਉੱਥੇ ਤੇ ਅੱਜ ਤੱਕ ਵੀ ਤੁਸੀਂ ਆਨੰਦਿਤ ਹੋ ਜਾਂਦੇ ਹੋਵੇ ਕੰਮ ਕਰਦੇ ਆ? ਦੇਖੋ ਜੀ, ਗੱਲ ਇਹ ਹੈ ਵੀ ਸਭ ਤੋਂ ਖੂਬਸੂਰਤ ਘਟਨਾ ਤੇ ਇਹ ਹੈ ਕਿ ਉਸ ਵੇਲੇ ਆਨੰਦ ਸਾਹਿਬ ਬਹੁਤ ਸਿਖਰ ਤੇ ਸੀ ਤੇ ਮੈਂ ਜੂਨੀਅਰ ਗਿਆ ਤੇ ਮਤਲਬ ਉਹਨਾਂ ਨੇ ਦੋਸਤੀ ਵਰਗਾ ਰਿਸ਼ਤਾ ਬਣ ਗਿਆ। ਮਤਲਬ ਇੰਨਾ 2-4 ਸਾਲਾਂ ਬਾਅਦ ਹੀ ਉਹਨਾਂ ਨੂੰ ਇੰਨਾ ਭਰੋਸਾ ਬਣ ਗਿਆ ਕਿ ਉਹਨਾਂ ਨੇ ਜੇ ਕੋਈ ਲਿਖਤ ਨਾ, ਜੇ ਮੈਂ ਕਹਤਾ ਆਨੰਦ ਸਾਹਿਬ ਇਦਾਂ ਨਹੀਂ ਇਦਾਂ ਕਰ ਸਕਦੇ, ਉਹ ਕਈ ਵਾਰੀ ਉਹਨਾਂ ਨੇ ਕੁਝ ਹੋਰ ਸੋਚਿਆ ਹੋਏ ਤੇ ਉਹਨਾਂ ਨੂੰ ਜੇ ਠੀਕ ਲੱਗਿਆ ਨਾ ਤੇ ਉਹਨਾਂ ਨੇ ਕਹਿਣਾ ਠੀਕ ਹੈ ਇਹ ਬਦਲ ਦੇ। ਮਤਲਬ ਮੈਨੂੰ ਲੱਗਦਾ ਕਿ ਜਿਹੜਾ ਇੱਕ ਵੱਡਾ ਐਡਾ ਵੱਡਾ ਬੰਦਾ ਇੱਕ ਟਾਵਰ ਤੇ ਸੀ, ਜਦੋਂ ਤੁਸੀਂ ਉਹ ਤੁਹਾਨੂੰ ਇੰਨੀ ਇੱਜ਼ਤ ਦਿੰਦਾ, ਤੁਸੀਂ ਤੁਹਾਡੀ ਜ਼ਿੰਦਗੀ ਦੀ ਵੀ ਸਹਿਜਤਾ ਹੁੰਦੀ ਹੈ। ਫਿਰ ਤੁਸੀਂ ਬਾਕੀਆਂ ਪ੍ਰਤੀ ਨਾ ਜਿਹੜੇ ਤੁਹਾਡੇ ਹੋਰ ਜੂਨੀਅਰ ਹੁੰਦੇ ਨੇ ਜਾਂ ਤੁਹਾਡੇ ਬਾਹਰ ਨਵੇਂ ਲੇਖਕ ਹੁੰਦੇ ਨੇ, ਤੁਸੀਂ ਉਹਨਾਂ ਨਾਲ ਵੀ ਫਿਰ ਇੱਕ ਸਿੱਖਦੇ ਹੋ ਵੀ ਨਹੀਂ ਯਾਰ ਮੈਨੂੰ ਵੀ ਇਹੋ ਹੀ ਰਵੱਈਆ ਅਪਣਾਉਣਾ ਚਾਹੀਦਾ। ਮੈਨੂੰ ਨਵਾਂ ਜਵਾਨਾ ਚਾਹੇ ਆਨੰਦ ਸਾਹਿਬ ਸੀ, ਪੰਨੂ ਸਾਹਿਬ ਨਾਲ ਬਹੁਤ ਵਧੀਆ ਰਿਸ਼ਤਾ ਰਿਹਾ, ਸੁਕੀਰਤ ਦੋਸਤੀ ਵਰਗੇ ਹੀ, ਫਿਰ ਰਜਨੀਸ਼ ਬਹਾਦਰ ਸਿੰਘ ਟਰਸੀ ਸੀ ਨਵੇਂ ਜਵਾਨੇ ਡਾਕਟਰ, ਬਹੁਤ ਆਲੋਚਕ ਵੀ ਸੀ, ਬਹੁਤ ਵੱਡੇ ਆਲੋਚਕ, ਇਹਨਾਂ ਨੇ ਆਉਣਾ। ਮਤਲਬ ਨਵਾਂ ਜ਼ਮਾਨਾ ਨੇ ਮੈਨੂੰ ਬਹੁਤ ਸਾਰੀਆਂ ਦੋਸਤੀਆਂ ਦਿੱਤੀਆਂ। ਤੁਸੀਂ ਸੀ, ਮਤਲਬ ਸਵੀ ਹੈ, ਕਿੰਨੇ ਸਾਰੇ ਦੋਸਤ ਸੀ ਜਦੋਂ ਆਉਂਦੇ ਸੀ। ਮੈਨੂੰ ਲੱਗਦਾ ਕਿ ਮੈਨੂੰ ਨਵਾਂ ਜ਼ਮਾਨਾ ਨੇ ਇੱਕ ਬਹੁਤ ਵੱਡਾ ਪਰਿਵਾਰ ਦਿੱਤਾ। ਅੱਛਾ, ਤੁਸੀਂ ਹੁਣ ਦੇਖੋ ਨਵਾਂ ਜ਼ਮਾਨਾ 'ਚ ਕੰਮ ਕਰਦੇ ਆ, ਹੁਣ ਉੱਥੇ ਤੁਸੀਂ ਰਿਟਾਇਰਮੈਂਟ ਵੀ ਲੈ ਲਈ ਆ, ਬਹੁਤ 25 ਸਾਲ ਦੇ ਕਰੀਬ ਲੰਬਾ ਸਮਾਂ ਤੁਸੀਂ ਕੰਮ ਕੀਤਾ। ਇਹ ਜਦੋਂ ਤੁਸੀਂ ਲਿਖਦੇ ਆ ਹਨਾ, ਕੋਈ ਵੱਖਰੀ ਕਿਸਮ ਦਾ ਮਾਹੌਲ ਦੀ ਮੰਗ ਕਰਦੇ ਆ ਵੀ ਇਦਾਂ ਦਾ ਮਾਹੌਲ ਹੋਣਾ ਚਾਹੀਦਾ, ਜਾਂ ਉਸ ਟਾਈਮ ਕਿਹੋ ਜਿਹੀਆਂ ਜ਼ਰੂਰਤਾਂ ਤੁਹਾਡੀਆਂ ਹੁੰਦੀਆਂ ਕਿ ਹੁਣ ਬਹਿ ਕੇ ਤੁਸੀਂ ਲਿਖਣਾ, ਕਿੱਦਾਂ ਦਾ ਮਾਹੌਲ ਪਸੰਦ ਕਰਦੇ ਹੋ ਤੁਸੀਂ? ਮੈਨੂੰ ਨਾ ਬਸ ਇੱਕ ਕਲਸਤਾ ਹੀ ਕੁਛ ਨਹੀਂ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। 9 ਵਜੇ ਤੱਕ ਹਰ ਹੱਜ ਬਹਿ ਜਾਣਾ, ਮੈਂ 1 ਵਜੇ ਤੱਕ ਲਿਖਣਾ, ਕਿਉਂਕਿ ਨਾਵਲ 'ਚ ਕੰਟੀਨਿਊਟੀ ਬਹੁਤ ਚਾਹੀਦੀ ਹੈ। 1 ਵਜੇ ਹਰ ਹਾਲ 'ਚ ਉੱਠ ਖੜੋਣਾ, ਘੰਟਾ ਤੱਕ ਰੈਸਟ ਕਰਨੀ ਹੈ। ਫਿਰ ਮੈਂ ਸ਼ਾਮ ਨੂੰ ਮੈਂ ਸੀਰੀਅਸ ਕਿਤਾਬਾਂ ਜਿਹੜੀਆਂ ਨੇ ਨਾ, ਕੁਛ ਕਲਾਸਿਕ ਜਾਂ ਕੁਛ ਸਿਧਾਂਤਕ ਕਿਤਾਬਾਂ ਮੈਂ ਉਹ ਪੜ੍ਹਦਾ। ਸ਼ਾਮ ਦਾ ਮੇਰਾ ਉਹ ਪ੍ਰੋਜੈਕਟ ਹੈ 5 ਵਜੇ ਤੱਕ, 9 ਵਜੇ ਤੋਂ ਲੈ ਕੇ 5 ਵਜੇ ਤੱਕ ਹਰ ਹਾਲ 'ਚ ਟੇਬਲ ਤੇ ਬਹਿਣਾ। ਪੜ੍ਹਦਾ ਵੀ ਟੇਬਲ ਤੇ ਬਹਿ ਕੇ ਹੈ, ਲਿਖਦਾ ਵੀ ਟੇਬਲ ਤੇ ਬਹਿ ਕੇ ਹੈ। ਮਤਲਬ ਇਹ ਨਹੀਂ ਕਿ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਲੰਮੇ ਪੈ ਜਾਓ ਸੌਂ ਜਾਓ, ਉੱਦਾਂ। ਹੁਣ ਤੱਕ ਦੀ ਤੁਸੀਂ ਸਿਰਜਣਾ ਕੀਤੀ, ਕਿਤਾਬਾਂ ਤੁਹਾਡੀਆਂ ਇੰਨੀਆਂ ਛਪੀਆਂ, ਚੁਰਸਤੇ ਵਰਗੇ ਨਾਵਲ ਤੁਸੀਂ ਲਿਖੇ, ਜਿਹੜੀ ਸਭ ਤੋਂ ਵੱਡੀ ਸ਼ਾਹਕਾਰ ਰਚਨਾ ਤੁਸੀਂ ਆਪਣੀ ਕਿਹੜੀ ਮੰਨਦੇ ਆ? ਫਿਰ ਤੁਸੀਂ ਬਚਪਨ ਤੋਂ ਸ਼ੁਰੂ ਕੀਤੀ ਸੀ ਗੱਲ। ਮੈਨੂੰ ਸੀਗਾ ਕਿ ਜਿਸ ਏਰੀਏ 'ਚ ਮੈਂ ਬਤਾਇਆ ਨਾ ਬਚਪਨ, ਮੈਂ ਉਹ ਸਾਰੇ ਏਰੀਏ ਦੀ ਪੇਸ਼ ਕਰਾਂ। ਜਿੱਦਾਂ ਮਾਲਵੇ 'ਚ ਕਮਲ ਦੇ ਨਾਵਲ ਪੜ੍ਹਦੇ ਆ ਤੇ ਤੁਹਾਨੂੰ ਲੱਗਦਾ ਨਾ ਵੀ ਮਾਲਵਾ ਕਿਹੋ ਜਿਹਾ ਸੀ, ਕਣਕੀ ਪੜ੍ਹਦੇ ਆ ਜਾਂ ਗੁਰਦਿਆਲ ਸਿੰਘ ਪੜ੍ਹਦੇ ਨੂੰ, ਮਾਲਵੇ ਦੇ ਜੀਵਨ ਦੀ ਚਿੱਤਰ ਝਲਕਦੀ ਆ। ਤੇ ਜਦੋਂ ਮੈਂ ਇਹ ਨਾਵਲ ਸਾਰਾ ਕੁਝ ਪੜ੍ਹਿਆ ਤੇ ਫਿਰ ਮੈਨੂੰ ਲੱਗਦਾ ਸੀ ਯਾਰ ਮੈਂ ਆਪਣੇ ਏਰੀਏ ਬਾਰੇ ਵੀ ਮੇਰੀ ਕੋਈ ਲਿਖਤ ਹੋਣੀ ਚਾਹੀਦੀ ਹੈ। ਮੇਰੇ ਮਨ ਸੀ ਕਿ ਮੈਂ ਆਪਣੇ ਏਰੀਏ ਨੂੰ ਨਾਵਲ 'ਚ ਢਾਲਣਾ ਤੇ ਜਿਹੜੀ ਨਿੱਕੀ ਨਿੱਕੀ ਬਰੀਕੀ ਦੀ ਵਿਸਥਾਰ ਸੀ, ਜਿੰਨੀ ਪੋਸੀਬਿਲਿਟੀ ਮੈਂ ਸਾਰੇ ਲਿਆਂਦੇ। ਤੇ ਉਹ ਜਦੋਂ ਇਹ 4 ਭਾਗਾਂ 'ਚ ਪਹਿਲਾਂ ਵੱਖ-ਵੱਖ ਛਪਿਆ ਨਾਵਲ, ਉਹ ਜਦੋਂ ਇਕੱਠਾ ਛਪਿਆ ਤੇ ਮੈਨੂੰ ਆਪ ਆਸ ਨਹੀਂ ਕਿ ਇਹਨੂੰ ਇੰਨਾ
ਪਾਠਕਾਂ ਵੱਲੋਂ ਹੁੰਗਾਰਾ ਮਿਲੇਗਾ। ਔਰ ਮੈਨੂੰ ਮਤਲਬ ਕਿ ਕਈ ਵਾਰੀ ਫਿਰ ਜਦੋਂ ਤੁਹਾਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ, ਜੋ ਤੁਸੀਂ ਲਿਖ ਰਹੇ ਹੋ, ਜੋ ਤੁਹਾਡੇ ਮਨ 'ਚ ਹੁੰਦਾ, ਜੇ ਪਾਠਕ ਉਹਨੂੰ ਸਮਝ ਰਿਹਾ, ਉਦਾਂ ਹੀ ਸਮਝ ਰਿਹਾ, ਤੇ ਤੁਹਾਨੂੰ ਫਿਰ ਆਪਣੇ ਆਪ ਤੇ ਥੋੜਾ ਜਿਹਾ ਤਸੱਲੀ ਹੁੰਦੀ ਹੈ ਵੀ ਯਾਰ ਹਾਂ ਇਹ ਕੰਮ ਠੀਕ ਹੋ ਗਿਆ। ਅੱਛਾ ਪਰਵਾਨਾ ਜੀ, ਜਿੱਦਾਂ ਪਾਠਕਾਂ ਦੀ ਗੱਲ ਕੀਤੀ, ਬੜਾ ਵੱਡਾ ਹੁੰਗਾਰਾ ਮਿਲਿਆ, ਮੈਂ ਖੁਦ ਵੀ ਤੁਹਾਡੀਆਂ ਰਚਨਾਵਾਂ ਦਾ ਪਾਠਕ ਹਾਂ। ਇਹਦੇ ਨਾਲ ਹੀ ਇੱਕ ਹੋਰ ਸਵਾਲ ਆ ਵੀ ਅੱਜ ਦੀ ਆਲੋਚਨਾ ਦੀ ਗੱਲ ਕਰਦੇ, ਕੀ ਉਹਦੇ ਤੋਂ ਸੰਤੁਸ਼ਟ ਆ ਆਲੋਚਨਾ ਦੀ? ਆਲੋਚਨਾ ਬਾਰੇ ਨਾ ਜਿਹੜਾ ਬਹੁਤਾ ਰੌਲਾ ਪਾਇਆ ਜਾ ਰਿਹਾ ਵੀ ਆਲੋਚਨਾ ਦੀ ਮੇਰੀ ਜੇ ਲਿਖਤ ਜਾਣ ਹੈ ਨਾ, ਹਾਂ ਤੇ ਨੋਟਸ ਲਿਆਈ ਜਾਂਦਾ, ਇਹ 'ਚ ਕੋਈ ਬਹੁਤਾ ਮੈਨੂੰ ਕੋਈ ਗਿਲਾ ਨਹੀਂ ਕਿ ਮੈਨੂੰ ਤਾਂ ਲੱਗਦਾ ਕਿ ਸਗੋਂ ਮੇਰੇ ਤੇ ਜੇ ਵੱਧ ਗੱਲ ਹੋ ਗਈ ਆਲੋਚਨਾ। ਅੱਛਾ, ਸਮਾਜ ਵਿੱਚ ਬਹੁਤ ਕੁਝ ਗਲਤ ਮਲਤ ਵਾਪਰ ਰਿਹਾ ਹੈ ਨਾ, ਖਾਸ ਕਰਕੇ ਜਿਹੜਾ ਲੇਖਕ ਤਬਕਾ ਹੈਗਾ ਨਾ, ਬੜੀ ਸੂਖਮਤਾ ਦੇ ਨਾਲ ਉਹਨੂੰ ਲੈਂਦਾ। ਤੁਹਾਡਾ ਨਜ਼ਰੀਆ ਇਹਦੇ ਪ੍ਰਤੀ ਕਿਵੇਂ ਆ? ਤੇ ਇੱਕ ਕਵੀ ਨੂੰ, ਇੱਕ ਲੇਖਕ ਨੂੰ, ਹੈ ਨਾ, ਤੁਸੀਂ ਤਾਂ ਬਹੁਤ ਪੱਕੀ ਲੇਖਕ ਨੇ, ਇੱਕ ਕਵੀ ਦਾ, ਇੱਕ ਲੇਖਕ ਦਾ ਸਮਾਜ ਪ੍ਰਤੀ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ? ਮੈਂ ਇਸ ਗੱਲ ਤੇ ਮੰਨ ਕੇ ਤੁਰਦਾ ਕਿ ਜੋ ਕੁਝ ਲਿਖਦਾ ਲੇਖਕ, ਉਹ ਉਹਦੇ ਅੰਦਰੋਂ ਨਿਕਲਣਾ ਚਾਹੀਦਾ, ਉਹਦੀ ਸ਼ਖਸੀਅਤ ਵੀ ਉਹੋ ਜਿਹੀ ਹੋਣੀ ਚਾਹੀਦੀ ਹੈ। ਜੇ ਤੁਸੀਂ ਸਮਾਜ ਬਦਲਣਾ ਹੀ ਲਿਖਦੇ ਹੋ ਵੀ ਆਹ ਗਲਤ ਹੈ, ਤੇ ਤੁਸੀਂ ਘੱਟੋ ਘੱਟ ਪਰਸਨਲੀ ਤੌਰ ਤੇ, ਕੋਈ ਬਦਲੇ ਨਾ ਬਦਲੇ, ਤੁਸੀਂ ਪਰਸਨਲੀ ਜ਼ਰੂਰ ਉਸ ਬੁਰਾਈ ਦੇ ਖਿਲਾਫ ਲੜ ਰਹੇ ਹੋ। ਪਰ ਜੋ ਕੁਝ ਮੈਂ ਲਿਖਦਾ, ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਅਸੂਲਾਂ ਪ੍ਰਤੀ, ਉਹਨਾਂ ਪ੍ਰਤੀਮਾਨਾਂ ਪ੍ਰਤੀ ਆਪਣੀ ਜ਼ਿੰਦਗੀ ਨੂੰ ਉਹਦੇ ਨੇੜੇ ਲੈ ਕੇ ਜਾ ਸਕਾਂ, ਹੈ ਨਾ। ਤੇ ਮੈਨੂੰ ਲੱਗਦਾ ਕਿ ਲੇਖਕ ਉਹੀ ਵੱਡੇ ਲੇਖਕ ਉਹੀ ਨੇ। ਆਪਣੇ ਕਮਲ ਦੇਖ ਲਓ, ਕਮਲ, ਗੁਰਦਿਆਲ ਸਿੰਘ, ਪਾਸ਼, ਮਤਲਬ ਜਿਹੜੇ ਵੱਡੇ ਲੇਖਕ ਨੇ, ਗੁਰਬਚਨ ਭੁੱਲਰ, ਹੈ ਨਾ, ਮਤਲਬ ਜਿਨ੍ਹਾਂ ਨੇ ਜੋ ਕੁਝ ਜੀਵਿਆ, ਜੋ ਉਹੀ ਕੁਝ ਲਿਖਿਆ। ਕਿਉਂਕਿ ਪਾਠਕ ਦੀ ਅੱਖ ਬਹੁਤ ਫਰਕ ਹੁੰਦੀ ਹੈ। ਅਸੀਂ ਪੜ੍ਹਦੇ ਕੋਈ ਕਿਤਾਬ, ਅਸੀਂ ਵੀ ਤਾਂ ਦੇਖਦੇ ਹਾਂ, ਅਸੀਂ ਜੇ ਲੇਖ ਨੂੰ ਦੇਖਦੇ ਹਾਂ, ਲਿਖਤ ਨੂੰ ਦੇਖਦੇ ਹਾਂ, ਤੇ ਪਾਠਕ ਵੀ ਸਾਨੂੰ, ਜਿਹੜਾ ਸਾਡੀ ਕਿਤਾਬ ਪੜ੍ਹਿਆ ਉਹ ਸਾਨੂੰ ਦੇਖ ਰਿਹਾ। ਅੱਛਾ ਪਰਵਾਨਾ ਜੀ, ਇੱਕ ਗੱਲ ਹੋਰ ਇੱਥੇ, ਮਤਲਬ ਜਿਸ ਤਰ੍ਹਾਂ ਪ੍ਰਤੀਬੱਧਤਾ ਦੀ ਗੱਲ ਕੀਤੀ ਆ, ਸਮਾਜ ਦੇ ਨਾਲ ਜੁੜੇ ਹੋਣ ਦੀ ਗੱਲ ਕੀਤੀ, ਵਰਤਾਰੇ ਦੀ ਗੱਲ ਕਰਦੇ ਆ, ਮਤਲਬ ਬਹੁਤ ਸਾਰੇ ਜਿਹੜੇ ਪ੍ਰਮਾਣਿਤ ਲੇਖਕ ਵੀ ਹੈਗੇ ਆ, ਉਹ ਇੱਕ ਵੱਖਰੀ ਕਿਸਮ ਦੀ ਕਵਿਤਾ ਲਿਖ ਰਹੇ, ਐਬਸਟ੍ਰੈਕਟ ਆਪਾਂ ਉਹਨੂੰ ਕਹਿ ਦਿੰਦੇ, ਅੰਤਰਮੁਖੀ ਕਹਿ ਦਿੰਦੇ ਆ, ਤੇ ਉਹ ਇੱਧਰ ਕਿਉਂ ਨਹੀਂ, ਮਤਲਬ ਉਹਨਾਂ ਦਾ ਮਨ ਕਿਉਂ ਨਹੀਂ ਕਰਦਾ ਇਹੋ ਜਿਹੀਆਂ ਗੱਲਾਂ, ਉਹਦੇ ਤੇ ਕੁਝ ਲੇਖ ਲਿਖਣ ਨੂੰ, ਕਵਿਤਾ ਲਿਖਣ ਨੂੰ, ਕਹਾਣੀ ਲਿਖਣ ਨੂੰ, ਨਾਵਲ ਲਿਖਣ ਨੂੰ? ਉਹ ਬੜੇ ਅਣਛੋਏ ਜੇ ਰਹਿ ਜਾਂਦੇ ਉਹਨਾਂ ਗੱਲਾਂ ਤੋਂ। ਉਹਨਾਂ ਲੇਖਕਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸਮਝਦਾ ਵੀ ਉਹ ਸਮਾਜ ਲਈ ਲਿਖਦਾ, ਉਹ ਇਸ ਲਈ ਲਿਖਦਾ ਕਿ ਉਹਦੇ ਅੰਦਰ ਕੋਈ ਤੜਪ ਹੈ, ਫਿਰ ਉਹ ਤੜਪ ਨੂੰ ਲਿਖਣ ਲਈ ਉਹਨੂੰ ਕੋਈ ਬੁਰਾਈ ਦਿਸ ਰਹੀ ਹੈ, ਤੇ ਇਹਨੂੰ ਬਦਲਣਾ, ਜੋ ਕੁਝ ਗਲਤ ਦਿਸ ਰਿਹਾ ਉਹਦੇ ਖਿਲਾਫ ਇੱਕ ਲੜਾਈ ਹੈ ਸ਼ਬਦ ਨਾਲ। ਤੇ ਜੇ ਅਸੀਂ ਜੋ ਸ਼ਬਦ ਲਿਖ ਰਹੇ ਹਾਂ ਉਹ 'ਚ ਕੋਈ ਸਮਾਜ ਦੀ ਝਲਕ ਹੀ ਨਹੀਂ, ਜਿਹੜਾ ਪਾਠਕਾਂ ਨੂੰ ਲੱਗੇ, ਕਿਤੇ ਲੱਗਦਾ ਹੀ ਨਹੀਂ ਵੀ ਮੇਰੀ ਲਿਖਤ ਹੈ, ਮੇਰੇ ਲਈ ਲਿਖਿਆ, ਉਹ ਕਿਉਂ ਪੜੂਗਾ ਉਹਨੂੰ? ਇਸੇ ਕਰਕੇ ਜਿਹੜੀ ਬਹੁਤ ਸਾਰੀ ਅੰਤਰਮੁਖਤਾ ਵਾਲੀ ਲਿਖਤਾਂ ਨੇ, ਉਹ ਬਹੁਤ ਸੀਮਤ ਘੇਰੇ ਤੱਕ ਰਹਿ ਜਾਂਦੀਆਂ ਨੇ। ਕੋਈ ਵੀ ਪਾਠਕ ਹੈ, ਜਿੱਥੇ ਕਿਤੇ ਪਾਠਕ ਨੂੰ ਉਹਦੇ ਨਾਲ ਜੋੜਦਾ, ਪਾਠਕ ਨੂੰ ਲੱਗਦਾ ਯਾਰ ਹਾਂ ਕਿਤੇ ਨਾ ਕਿਤੇ ਮੇਰੀ ਗੱਲ ਹੋ ਰਹੀ ਹੈ, ਕਿਤੇ ਨਾ ਕਿਤੇ ਮੈਂ ਇਹਦੇ ਵਿੱਚ ਹੈਗਾ, ਤੇ ਜੇ ਮੈਂ ਕਿਤੇ ਹੈ ਨਹੀਂ ਤੇ ਮੈਂ ਉਹ ਕਿਤਾਬ ਕਿਉਂ ਪੜ੍ਹੂੰ? ਹੁਣ ਕਿਉਂ ਕਵਿਤਾ ਦੀ ਗੱਲ ਹੈ, ਸ਼ਿਵ ਕੁਮਾਰ ਬਟਾਲਵੀ ਕਿਤੇ ਵੀ ਹੋਏ ਤਾਂ ਹਾਲੇ ਵਿਕਿਆ, ਪਾਸ਼ ਲਗਾਤਾਰ ਪਤਾ ਨਹੀਂ ਕਿੰਨੇ ਐਡੀਸ਼ਨ ਵਿਕੀ ਜਾਂਦੇ ਨੇ, ਹੈ ਨਾ। ਨਵੀਂ ਪੀੜ੍ਹੀ ਚੋਂ ਸਵੀ ਹੈ, ਤੁਸੀਂ ਹੋ, ਮਨਮੋਹਨ ਹੈ। ਪਰਵਾਨਾ ਜੀ ਦੇਖੋ, ਤੁਸੀਂ ਪਹਿਲਾਂ ਖੁਦ ਵੀ ਸਵੀਕਾਰ ਕੀਤਾ ਕਿ ਮੈਂ ਨਵਾਂ ਜ਼ਮਾਨਾ ਦੇ ਵਿੱਚੋਂ ਬਹੁਤ ਕੁਝ ਸਿੱਖਿਆ, ਉਹਨਾਂ ਦੋਸਤੀਆਂ ਦਿੱਤੀ ਏ, ਤੁਹਾਡੀ ਸੋਚ ਨੂੰ ਬਦਲਿਆ, ਕਮਿਟਡ ਹੋਏ, ਹੋਰ ਪਹਿਲਾਂ ਹੀ ਕਮਿਟਡ ਸੀਗੇ, ਉੱਠ ਕੇ ਪ੍ਰਤੀਬੱਧ ਪਹਿਲਾਂ ਸੀ, ਉੱਥੇ ਜਾ ਕੇ ਹੋਰ ਪਰਪੱਕਤਾ ਆ ਗਈ ਤੁਹਾਡੀ ਸੋਚ ਵਿੱਚ, ਕੰਮ ਕਰਨ ਦੇ ਤਰੀਕੇ ਦੇ ਵਿੱਚ। ਤੇ ਤੁਸੀਂ ਕਰੀਬ 25 ਸਾਲ ਜਾਂ ਉਹਦੇ ਤੋਂ ਵੱਧ ਸਮਾਂ, 30 ਸਾਲ ਦੇ ਕਰੀਬ ਕੰਮ ਕੀਤਾ, ਫਿਰ ਉਹ ਫੈਸਲਾ ਲੈ ਲਿਆ ਕਿ ਮੈਂ ਹੁਣ ਨਹੀਂ ਕਰਨਾ, ਹਨਾ। ਮੇਰੇ ਦੋ ਸਵਾਲ ਇਕੱਠੇ ਹੀ ਆ ਵੀ ਉਹ ਇਦਾਂ ਦਾ ਫੈਸਲਾ ਕਿਉਂ ਲਿਆ, ਜਦੋਂ ਕਿ ਹਜੇ ਤੁਸੀਂ ਕੰਮ ਕਰਨ ਦੀ ਸਮਰੱਥਾ ਤੁਹਾਡੇ ਅੰਦਰ ਬਹੁਤ ਜ਼ਿਆਦੀ ਆ, ਤੇ ਜੇ ਤੁਸੀਂ ਉੱਥੋਂ ਆ ਗਏ ਆ, ਹਨਾ, ਤੇ ਫਿਰ ਦਿਲ ਨਹੀਂ ਕਰਦਾ ਕਿ ਮੈਂ ਉੱਥੇ ਵਾਪਸ ਜਾ ਕੇ ਫਿਰ ਉਹ ਸਾਰਾ ਕੁਝ ਕਰਾਂ? ਵਿਸ਼ਾਲ ਜੀ, ਇਹ ਫੈਸਲਾ ਲੈਣ 'ਚ ਮੈਨੂੰ 6 ਮਹੀਨੇ ਲੱਗੇ, ਤੇ ਮੈਨੂੰ ਲੱਗਣ ਲੱਗ ਪਿਆ ਸੀ ਹੁਣ ਕਿ ਮੈਂ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚਲਾ ਸਕਦੇ। ਕਿਉਂਕਿ ਜਰਨਲਿਜ਼ਮ ਜਿੱਥੇ ਮੈਂ ਕੰਮ ਕਰਦਾ ਸੀ, ਉਹ ਮੇਰੇ ਬਹੁਤ ਮਿਹਨਤ, ਮਤਲਬ 6-7 ਘੰਟੇ 8 ਘੰਟੇ ਬਹੁਤ ਮਿਹਨਤ ਵਾਲਾ ਕੰਮ ਸੀ, ਕਿਉਂਕਿ ਉਹ ਵੀ ਇੱਕ ਸਿਖਰ ਸੀ, ਦੂਜੇ ਪਾਸੇ ਮੇਰੇ ਲਿਖਣ ਦੀ ਇੱਕ ਸਿਖਰ ਸੀ। ਮੈਨੂੰ ਦੋਵਾਂ 'ਚ ਇੱਕ ਚੁਆਇਸ ਕਰਨੀ ਪੜੀ ਸੀ, ਤੇ ਮੈਂ 6 ਮਹੀਨੇ ਲਾਏ ਇਸ ਗੱਲ ਨੂੰ। ਮੈਨੂੰ, ਮੇਰੇ ਲਈ ਉਹ ਟੁੱਟਣਾ, ਨਵੇਂ ਜਨ ਐਤਵਾਰ ਨਾਲ ਤੁਹਾਨੂੰ ਵੱਖ ਹੋਣਾ ਔਰ ਸੌਖਾ ਨਹੀਂ, ਕਿਉਂਕਿ ਐਤਵਾਰ ਤਾਂ ਜਿੱਦਾਂ ਸ਼ੁਰੂ ਤੋਂ ਲੈ ਕੇ ਬਿਲਡ ਕੀਤੀ ਹੈ ਨਾ, ਮੇਰੇ ਲਈ ਬਹੁਤ ਔਖਾ ਫੈਸਲਾ ਹੈ। ਦੇਖੋ ਆਪਣਾ ਨਾ ਪਰਵਾਨਾ ਜੀ, ਮੇਰੇ ਸਵਾਲ ਦਾ ਤੁਸੀਂ ਬਹੁਤ ਵਧੀਆ ਹੀ ਜਵਾਬ ਦੇ ਸਕਦੇ, ਜਿਹੜੀ ਮੈਂ ਪਹਿਲਾਂ ਵੀ ਵਧੀਆ ਹੀ ਆਪਾਂ ਗੱਲਬਾਤ ਕਰ ਰਹੇ ਹਾਂ, ਤੁਸੀਂ ਹਰ ਵਿਧਾ ਤੇ ਲਿਖੀ ਹੈ ਨਾ।
ਪੰਜਾਬੀ ਨਾਵਲ, ਕਹਾਣੀ, ਕਵਿਤਾ, ਮਿੰਨੀ ਕਹਾਣੀ, ਨਾਵਲੇਟ, ਇਹਨੂੰ ਖੇਤਰੀ ਭਾਸ਼ਾਵਾਂ ਦੇ ਬਰਾਬਰ ਤੇ ਵਿਸ਼ਵ ਸਾਹਿਤ ਤੁਸੀਂ ਬਹੁਤ ਪੜ੍ਹਿਆ ਤਾਂ ਹੀ ਤੁਹਾਡੀ ਸੋਚ ਦਾ ਜਿਹੜਾ ਘੇਰਾ ਇੰਨਾ ਜ਼ਿਆਦਾ ਵਸੀਹ ਆ। ਇਹਨੂੰ ਪੰਜਾਬੀ ਲਿਟਰੇਚਰ ਨੂੰ ਤੁਸੀਂ ਖੇਤਰੀ ਭਾਸ਼ਾਵਾਂ ਦੇ ਮੁਕਾਬਲੇ ਤੇ ਵਿਸ਼ਵ ਦੇ ਜਿਹੜਾ ਸਾਹਿਤ ਆ ਉਹ ਕਿੱਥੇ ਕੁ ਤੁਸੀਂ ਰੱਖ ਕੇ ਵੇਖਦੇ ਹੋ? ਦੇਖੋ, ਮੈਨੂੰ ਤਾਂ ਦੋ ਗੱਲਾਂ ਨੇ ਇਹ 'ਚ। ਇੱਕ ਤਾਂ ਇਹ ਹੈ ਕਿ ਸਾਡਾ ਜਿਹੜਾ ਸਾਡੇ ਪੁਰਾਣੇ ਲੇਖਕ ਸੀ, ਜਿਹਦੇ 'ਚ ਕੰਵਲ ਹੈ, ਗੁਰਦਿਆਲ ਸਿੰਘ ਹੈ, ਉਹ ਜਿਹੜੀਆਂ ਲਿਖਤਾਂ ਨੇ, ਮੈਨੂੰ ਲੱਗਦਾ ਕੋਈ ਲਿਖਤ ਵੱਡੀ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਸਮੇਂ ਦਾ ਇਤਿਹਾਸਕ ਦਸਤਾਵੇਜ਼ ਬਣਦਾ। ਕੰਵਲ ਦਾ ਨਾਵਲ ਹੈ ਜਿਹੜਾ ਪੂਰਨਮਾਸ਼ੀ, ਤੁਸੀਂ 1950 ਦੇ ਆਸ-ਪਾਸ ਦੇ ਪੰਜਾਬ, ਮਾਲਵੇ ਦੇ ਪੰਜਾਬ ਨੂੰ ਸਮਝਣਾ ਤੇ ਤੁਹਾਨੂੰ ਉਹ ਪੂਰਨਮਾਸ਼ੀ ਤੁਹਾਡੇ ਸਾਹਮਣੇ ਇੱਕ ਜ਼ਿੰਦਗੀ ਖੜੀ ਹੈ ਨਾ। ਤੁਸੀਂ ਪੈਪਸ ਦੀ ਮਜ਼ਾਰਾ ਲਹਿਰ ਕੀ ਸੀ, ਕਿਹੋ ਜਿਹੇ ਲੋਕ, ਕਿੱਦਾਂ ਲੋਕਾਂ ਦੇ ਮਨਾਂ 'ਚ ਸੁਪਨੇ ਸੀ, ਕਿੱਦਾਂ ਜੂਝੇ, ਕਿੱਦਾਂ ਮਰਨ ਤੱਕ ਉਹਨਾਂ ਦਾ ਜਜ਼ਬਾ ਕਿਹੋ ਜਿਹਾ ਸੀ, ਜੇ ਤੁਸੀਂ ਇਹਨੂੰ ਸਮਝਣਾ ਤੇ ਰਾਤ ਬਾਕੀ ਹੈ ਨਾਵਲ। ਗੁਰਦਿਆਲ ਸਿੰਘ ਦਾ ਨਾਵਲ ਮੜੀ ਦਾ ਦੀਵਾ, ਜਦੋਂ ਗ੍ਰੀਨ ਐਵੋਲੂਸ਼ਨ, ਹਰਾ ਇਨਕਲਾਬ ਆਇਆ ਤੇ ਉਹਨੇ ਜਿਹੜੇ ਸਵਾਰਥੀ ਕਿਸਮ ਦੇ ਬੰਦੇ ਨੂੰ ਪੈਦਾ ਕੀਤਾ, ਉਹ ਸਵਾਰਥ ਨੇ ਕਿਵੇਂ ਜਿਹੜੇ ਰਿਸ਼ਤਿਆਂ ਨੂੰ ਤੋੜਿਆ, ਸੀਰੀ ਤੇ ਜੱਟ ਦੇ ਰਿਸ਼ਤੇ ਨੂੰ ਆਪਸੀ ਤੋੜਿਆ। ਇਹ ਤੋਂ ਵਧੀਆ ਖੂਬਸੂਰਤ ਦਸਤਾਵੇਜ਼ ਹੋਰ ਨਹੀਂ ਹੋ ਸਕਦਾ ਅਣਖੀ ਦੇ ਨਾਵਲ। ਜਦੋਂ ਕੋਈ ਲਿਖਤ ਆਪਣੇ ਸਮੇਂ ਦਾ ਇਤਿਹਾਸਕ ਦਸਤਾਵੇਜ਼ ਬਣਦੀ ਹੈ, ਲਿਖਤ ਉਦੋਂ ਵੱਡੀ ਹੁੰਦੀ ਹੈ। ਮੈਨੂੰ ਲੱਗਦਾ ਕਿ ਜਿਹੜੀ ਸਾਡਾ ਅੱਜ ਦੀ ਲਿਖਤ ਹੈ ਨਾ, ਉਹ ਸਾਡੇ ਆਪਣੇ ਜਿਹੜੇ ਸਾਡੇ ਸਭ ਤੋਂ ਪਹਿਲਾਂ ਲਿਖ ਕੇ ਉੱਥੋਂ ਤੱਕ ਵੀ ਨਹੀਂ ਪਹੁੰਚਦੇ ਬਹੁਤ ਸਾਰੀ ਲਿਖਤ। ਕਿਉਂਕਿ ਅਸਲ 'ਚ ਇਹਦਾ ਕਾਰਨ ਇੱਕ ਵੀ ਹੈ ਕਿ ਅੱਜ ਸਾਡਾ ਨਵਾਂ ਲੇਖ ਕਿੱਥੋਂ ਆ ਰਿਹਾ, ਸਾਡੇ ਜਿਹੜੇ ਇੰਟੈਲੀਜੈਂਟ ਮੁੰਡੇ ਕੁੜੀਆਂ ਨੇ ਉਹ ਤਾਂ ਬਾਹਰ 10ਵੀਂ ਕਰਦੇ ਪਿਛਲੇ 20 ਸਾਲ ਤੋਂ ਹੀ ਵਰਤਾਰਾ ਪਾਸਪੋਰਟ ਬਣਾਉਂਦੇ ਨੇ, ਝਾਕ ਬਾਹਰ ਨੂੰ ਤੁਰ ਪੈਂਦੀ ਹੈ, ਜਾਂ ਉਹ ਇੰਜੀਨੀਅਰ ਡਾਕਟਰ ਬਣਦੇ ਨੇ। ਪੰਜਾਬੀ ਹਾਲ ਤੇ ਆਈ ਬਹੁਤ ਘੱਟ ਰਹੇ ਨੇ। ਲੇਖਕ ਤਾਂ ਨਵਾਂ ਉੱਥੋਂ ਹੀ ਹੋਣਾ ਸੀ ਨਾ ਜਿਹਦੇ ਅੰਦਰ ਪੈਸ਼ਨ ਹੁੰਦਾ। ਹੁਣ ਇਹ ਜਿਹੜਾ ਪੈਸ਼ਨ ਵਾਲਾ ਜਿਹੜੇ ਜਨਰੇਸ਼ਨ ਹੈ ਨਾ, ਉਹ ਹੁਣ ਸਾਡੇ ਕੋਲ ਪੈਸ਼ਨ ਵਾਲੀ ਪੀੜ੍ਹੀ ਪੰਜਾਬੀ ਵੱਲ ਘੱਟ ਆ ਰਹੀ ਹੈ। ਇਸੇ ਕਰਕੇ ਮੈਨੂੰ ਲੱਗਦਾ ਕਿ ਪੰਜਾਬੀ ਲਿਟਰੇਚਰ 'ਚ ਮੈਂ ਤਾਂ ਘੱਟੋ ਘੱਟ ਮੰਨਦਾ ਵੀ ਨਿਗਾਰ ਆ ਰਿਹਾ। ਜਿਹੜੀ ਇੱਕ ਲਾਸਟ ਪੀੜ੍ਹੀ ਸੀ, ਸਵੀ ਸੀ, ਤੁਸੀਂ ਸੀ, ਮਨਮੋਹਨ ਹੈ, ਸਵਰਾਜਵੀਰ ਹੋਰੀ ਹੈ, ਇੱਕ ਪੀੜ੍ਹੀ ਤੋਂ ਬਾਅਦ ਜਿਹੜੀ ਨਵੀਂ ਪੀੜ੍ਹੀ ਕਿਹੜੀ ਦੇਖ ਰਹੇ, 2-4 ਉਂਗਲਾਂ ਤੇ ਗਿਣ ਚੁੱਕੇ ਨਾਂ ਨੇ। ਜਿਵੇਂ ਸਾਡੇ ਵੇਲੇ ਇੱਕ ਦੌਰ ਸੀ ਨਾ ਪੂਰਾ ਪਤਾ ਨਹੀਂ ਬਹੁਤ ਸਾਰੇ ਲੇਖਕ ਆ ਰਹੇ ਨੇ, ਉਹਨਾਂ 'ਚ ਚੁਆਇਸ ਹੁੰਦੀ ਵੀ ਕੌਣ ਪ੍ਰਵਾਨ ਚੜ੍ਹਨਾ, ਕੁਝ ਛੱਡ ਗਏ। ਅੱਜ ਤਾਂ ਹੁਣ ਆਈ ਥੋੜੇ ਦਿਨ 'ਚ ਕਾਲੀ ਚੁਆਇਸ ਕਿੱਥੋਂ ਬਣੂਗੀ? ਇਹ ਮਤਲਬ ਬਹੁਤ ਸਾਰੇ ਕਾਰਨ ਨੇ। ਅੱਛਾ ਪ੍ਰਵਾਨਾ ਜੀ, ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਤੇ ਜੋ ਵੀ ਤੁਸੀਂ ਅੱਜ ਤੱਕ ਸਾਹਿਤ ਰਚਿਆ, ਤੁਸੀਂ ਮਤਲਬ ਇਹਦੇ ਤੋਂ ਸੰਤੁਸ਼ਟ ਜੇ ਤੁਸੀਂ ਆਪ? ਹਾਂ, ਕਿਉਂਕਿ ਅਸਲ 'ਚ ਮੈਂ ਲਿਖਿਆ ਹੀ ਉਹ ਕੁਛ ਹੈ ਜਿਹੜਾ ਮੈਨੂੰ ਟੁੰਬਦਾ। ਦੇਖ ਮੇਰਾ ਤਾਂ ਬੜਾ ਮੈਂ ਨਾ ਇਸ ਗੱਲ 'ਚ ਕਲੀਅਰ ਹੈ, ਮੈਂ ਕਦੀ ਕੰਪਰੋਮਾਈਜ਼ ਨਹੀਂ ਕੀਤਾ ਕਿ ਸਮਾਜ 'ਚ ਬਹੁਤ ਕੁਛ ਗੜਬੜ ਹੈ, ਬਹੁਤ ਸਾਰੀ ਬੇਇਨਸਾਫੀਆਂ ਨੇ, ਇਹਨੂੰ ਬਦਲਣਾ ਪੈਣਾ। ਇਹ ਸਮਾਜ ਐ ਜਿੱਠੀ ਚੱਲ ਨਹੀਂ ਸਕਦਾ। ਤੇ ਜੋ ਕੁਛ ਜਿੱਥੇ ਗੜਬੜ ਹੈ ਮੈਂ ਉਹਦੇ ਤੇ ਲਿਖਿਆ। ਮੇਰਾ 2020 ਜਿਹੜਾ ਨਾਵਲ ਛਪਿਆ ਸ਼ੋਰੂਮ, ਪੰਜਾਬ 'ਚ ਜਿਹੜੀ ਰੇਤ ਮਾਫੀਆ, ਆਪਾਂ ਗੱਲ ਤਾਂ ਬਹੁਤ ਕਰ ਰਹੇ ਹਾਂ, ਇਹ ਲੁੱਟ ਤਾਂ ਇੱਕ ਵੱਖਰਾ ਪੱਖ, ਇਹਦਾ ਇੱਕ ਐਸਪੈਕਟ ਹੈ ਵੀ ਇਹ ਪੰਜਾਬ ਦੀ ਆਰਥਿਕਤਾ ਦੀ ਲੁੱਟ ਹੋ ਰਹੀ ਹੈ। ਪਰ ਇਹ ਤੋਂ ਵੱਡਾ ਪੱਖ ਇਹ ਹੈ ਕਿ ਪੰਜਾਬ ਦਾ ਕਲਚਰ ਖਤਮ ਹੋ ਰਿਹਾ। ਤੁਸੀਂ ਜਾ ਕੇ ਦੇਖੋ ਜਿੱਥੇ ਇਹ ਪਹਾੜਾਂ ਦੇ ਪਹਾੜ ਖਾ ਗਏ ਨੇ, ਇਹ ਕਿੱਦਾਂ 100 ਫੁੱਟ 200 ਫੁੱਟ ਡੂੰਘੀਆਂ ਜਿੱਥੇ ਕ੍ਰੈਸ਼ਰ ਲੱਗੇ ਹੋਏ ਨੇ ਬਜਰੀ ਵਾਲੇ, 200 ਫੁੱਟ ਡੂੰਘੇ ਟੋਏ ਪੱਟ ਰਹੇ ਨੇ, ਪਿੰਡਾਂ ਦੇ ਆਸ-ਪਾਸ ਇਹਨਾਂ ਰਾਹ ਕੋਈ ਨਹੀਂ ਰਹਿਣ ਦਿੱਤਾ। ਹੁਣ ਜਿਹੜਾ ਪੰਜਾਬ ਦਾ ਤੇ ਉਹਨਾਂ ਏਰੀਆ ਜਦੋਂ ਪੈਸੇ ਦੀ ਚਮਕ ਜਾ ਰਹੀ ਹੈ, ਉੱਥੇ ਗਰੀਬ ਨੂੰ ਲੁੱਟਿਆ ਜਾ ਰਿਹਾ ਬਹੁਤ ਬੁਰੀ ਤਰ੍ਹਾਂ। ਹੁਣ ਇਹ ਜਿਹੜੇ ਪ੍ਰਭਾਵ ਨੇ, ਮੈਨੂੰ ਲੱਗਿਆ ਵੀ ਇਹਦਾ ਕਲਚਰ ਪ੍ਰਭਾਵ ਬਾਰੇ ਮੈਨੂੰ ਲਿਖਣਾ ਚਾਹੀਦਾ। ਮੈਂ ਨਾਵਲ ਲਿਖਿਆ ਹੈ ਨਾ। ਮੈਂ ਜਦੋਂ ਕਿਸਾਨ ਮੂਵਮੈਂਟ ਸੀ, ਮੈਨੂੰ ਲੱਗਿਆ ਵੀ ਪੰਜਾਬ ਉੱਠ ਰਿਹਾ, ਅੱਜ ਹੋਰ ਤਰ੍ਹਾਂ ਉੱਠ ਰਿਹਾ, ਕਲਚਰਲੀ ਤੌਰ ਤੇ ਉੱਠ ਰਿਹਾ। ਮੈਂ ਇਸ ਪਰ ਲਿਖਿਆ ਉਹ ਨਾਵਲ ਇਸ ਲਈ ਕਿ ਮੇਰੇ ਉਸ ਬਹੁਤ ਜਿੱਥੇ ਬਹੁਤ ਪਾਣੀ ਸੀ, ਬਹੁਤ ਪਛੜਿਆ ਏਰੀਆ ਸੀ, ਉਸ ਏਰੀਏ 'ਚ ਜਦੋਂ ਵਿਕਾਸ ਹੁੰਦਾ ਤੇ ਉਹ ਵਿਕਾਸ ਕਿਹੋ ਜਿਹੀ ਤਬਾਹੀ ਵੀ ਲੈ ਕੇ ਆਉਂਦਾ। ਅਸੀਂ ਬਹੁਤ ਕਰਦੇ ਵਿਕਾਸ ਇੱਕ ਤਬਾਹੀ ਵੀ ਲੈ ਕੇ ਰਿਹਾ। ਹਰੇ ਇਨਕਲਾਬ ਨੇ ਬਹੁਤ ਗੁਣ ਗਾਏ। ਹਰੇ ਇਨਕਲਾਬ ਨੇ ਜਿਹੜੀ ਤਬਾਹੀ ਲਿਆਂਦੀ, ਉਹਦਾ ਜ਼ਿੰਮੇਵਾਰ ਕੌਣ ਹੈ? ਅੱਜ ਜਿਹੜੀ ਯੂਨੀਵਰਸਿਟੀ ਮੋਹਰੀ ਸੀ ਹਰੇ ਇਨਕਲਾਬ ਨੇ, ਉਹੀ ਅੱਜ ਕਹਿ ਰਹੀ ਹਰੇ ਇਨਕਲਾਬ ਨੇ ਨੁਕਸਾਨ ਕੀਤਾ। ਤੇ ਫਿਰ ਭਈ ਤੁਹਾਡਾ ਪਲੈਨਿੰਗ ਕਿੱਥੇ? ਅਸਲ ਸਾਨੂੰ ਵਿਕਾਸ ਦਾ ਜਿਹੜਾ ਨਾ ਮੁਹਾਰਨੀ, ਉਹਨੂੰ ਛੱਡ ਕੇ ਵਿਕਾਸ ਦਾ ਕੋਈ ਹੋਰ ਮਾਡਲ ਤਲਾਸ਼ਣਾ ਪਏਗਾ। ਹੁਣ ਪੰਜਾਬ 'ਚ ਬੁੱਢਾ ਨਾਲਾ ਇੰਨਾ ਪ੍ਰਦੂਸ਼ਣ, ਉਹਨੂੰ ਸਾਰਾ ਮਾਲਵਾ ਗਾਲੀ ਪ੍ਰਦੂਸ਼ਿਤ ਕੀਤਾ ਹੋਇਆ। ਤੇ ਜਿੱਦਣ ਜੀ ਇੰਡਸਟਰੀ ਸਾਰੀ ਹਿਮਾਚਲ 'ਚ ਲੱਗ ਗਈ ਤੇ ਪੰਜਾਬ 'ਚ ਪੀਣ ਜੋਗਾ ਪਾਣੀ ਕਿੱਥੋਂ ਆਉਣਾ? ਕੀ ਅਸੀਂ ਬਚ ਸਕਣ? ਡਿਵੈਲਪਮੈਂਟ, ਵਿਕਾਸ ਦਾ ਜਿਹੜਾ ਅਸੀਂ
ਉਹੀ ਹਨੇਰੀ ਚੱਕੀ ਨੇ ਵੀ ਸੜਕਾਂ ਬਣਾ ਦਿਓ ਜੀ, 4 ਲੇਨ ਬਣਾ ਜੀ, ਫਲਾਈਓਵਰ ਬਣਾ ਦਿਓ। ਇਹ ਮਾਡਲ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਤਬਾਹੀ ਵੱਲ ਲੈ ਜਾ ਰਿਹਾ। ਮੇਰੇ ਲਿਖਣ ਦਾ ਵੀ ਏਜੰਡਾ ਹੈ ਤੇ ਮੈਂ ਜਦੋਂ ਵੀ ਲਿਖਦਾ ਮੈਨੂੰ ਸੈਟੀਸਫਾਈ ਹੁੰਦਾ ਵੀ ਮੈਂ ਇਹ ਯਾਰ ਇਹ ਗੱਲ ਕਰਾਂ। ਅੱਛਾ ਪ੍ਰਵਾਨਾ ਜੀ, ਬਹੁਤ ਵਧੀਆ ਆਪਣੀ ਗੱਲਬਾਤ ਹੋਈ ਆ, ਹਾਂਜੀ। ਹਰ ਵਿਸ਼ੇ ਤੇ ਵੀ ਆਪਾਂ ਗੱਲ ਕੀਤੀ ਆ। ਤੇ ਕਿਸੇ ਵੇਲੇ ਹੁੰਦਾ ਜਿੱਦਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਕੋਈ ਮੇਰੇ ਕੋਲ ਪੁੱਛਣ ਵਾਲੀ ਗੱਲ ਰਹਿ ਗਈ ਹੋਵੇ ਤੇ ਤੁਸੀਂ ਗੱਲ ਕਰਨੀ ਹੋਵੇ, ਕੋਈ ਉਹ ਮਨ ਵਿੱਚ ਜਿਹੜੀ ਤੁਹਾਡੇ ਗੱਲ ਆ, ਉਹ ਕੋਈ ਮੈਸੇਜ ਜਾਂ ਸੁਨੇਹਾ। ਮੈਨੂੰ ਇੱਕ ਜ਼ਰੂਰ ਲੱਗਦਾ ਕਿ ਲੇਖਕ ਨੂੰ ਹਮੇਸ਼ਾ ਆਪਣੇ ਪ੍ਰਤੀ, ਆਪਣੇ ਘਰਦਿਆਂ ਪ੍ਰਤੀ ਤੇ ਆਪਣੇ ਸਮਾਜ ਪ੍ਰਤੀ ਇਮਾਨਦਾਰ ਰਹਿ ਕੇ ਲਿਖਣਾ ਚਾਹੀਦਾ, ਜੋ ਠੀਕ ਸਮਝਦਾ। ਮੈਂ ਇਹ ਨਹੀਂ ਕਹਿੰਦਾ ਕਿ ਪਰਿਵਾਰ ਪ੍ਰਤੀ, ਘਰ ਪ੍ਰਤੀ ਜਾਂ ਸਮਾਜ ਪ੍ਰਤੀ ਇੱਕੋ ਹੀ ਨਜ਼ਰੀਆ ਹੋ ਸਕਦਾ ਹੋਵੇ। ਜਿਹੜਾ ਵੀ ਉਹਦਾ ਨਜ਼ਰੀਆ ਹੋਏ, ਉਹ ਕੋਸ਼ਿਸ਼ ਕਰੇ ਕਿ ਉਸ ਨਜ਼ਰੀਏ ਪ੍ਰਤੀ ਇਮਾਨਦਾਰ ਹੋਵੇ। ਜੇ ਉਹਦੀ ਲਿਖਤ 'ਚ ਨਾ ਦੁਬਦਾ ਨਹੀਂ ਹੋਣੀ ਚਾਹੀਦੀ, ਹੈ ਨਾ। ਮੈਨੂੰ ਪਾਸ਼ ਵੀ ਉਹਨੇ ਪਸੰਦ ਹੈ, ਮੈਨੂੰ ਸ਼ਿਵ ਕੁਮਾਰ ਪਸੰਦ ਵੀ। ਹੁਣ ਕਈਆਂ ਨੂੰ ਕੋਸਦਾ ਵੀ ਸ਼ਿਵ ਕੁਮਾਰ ਤਾਂ ਜੀ ਰੋਮਾਂਟਿਕ ਲਿਖਦਾ ਹੀ ਸੀ, ਪਰ ਮੈਨੂੰ ਲੱਗਦਾ ਜੋ ਸ਼ਿਵ ਕੁਮਾਰ ਨੇ ਜੋ ਲਿਖ ਗਿਆ, ਜਿਹੜੀ ਉਹਦੀ ਪ੍ਰਤਿਭਾ ਸੀ, ਉੱਥੇ ਮੌਤ ਤੱਕ ਗਿਆ। ਹਰ ਲੇਖ ਨੂੰ ਆਪਣੇ ਸ਼ਬਦਾਂ ਪ੍ਰਤੀ ਜਿਹੜੇ ਲਿਖਦਾ ਪੂਰੀ ਇਮਾਨਦਾਰੀ, ਉਹ ਕੋਈ ਵੀ ਕਿਸੇ ਦੀ ਇਮਾਨਦਾਰੀ, ਕਿਸੇ ਦੀ ਪ੍ਰਤਿਭਾ, ਕਿਸੇ ਦੀ ਕਮਿਟਮੈਂਟ ਕਿਤੇ ਵੀ ਹੋ ਸਕਦੀ, ਘੱਟੋ ਘੱਟ ਉੱਥੇ ਜ਼ਰੂਰ ਹੋ। ਇਹ ਪ੍ਰਵਾਨਾ ਜੀ, ਜਾਂਦੇ ਜਾਂਦੇ ਇੱਕ ਮੇਰਾ ਹੋਰ ਸਵਾਲ ਆ ਵੀ ਜਿੱਦਾਂ ਕਵਿਤਾ ਦੀ ਗੱਲ ਚੱਲੀ, ਆਪਾਂ ਕਵਿਤਾ ਦੀ ਵੀ ਵਿੱਚ ਗੱਲ ਕਰਦੇ ਰਹੇ ਹਾਂ। ਮਤਲਬ ਖੁੱਲੀ ਕਵਿਤਾ ਬਾਰੇ ਬੜੇ ਵਿਵਾਦ ਚੱਲਦੇ, ਕੁਝ ਗਜ਼ਲ ਲਿਖਣ ਵਾਲੇ ਇਹਨੂੰ ਮੰਨਦੇ ਹੀ ਨਹੀਂ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੇਰੀ ਆਪਣੀ ਮੇਰੀ ਪਰਸਨਲ ਧਾਰਨਾ, ਉਸ ਦਾ ਗਲਤ ਹੋਵਾ, ਇਹ ਖੁੱਲੀ ਕਵਿਤਾ ਦਾ ਹੀ ਯੁੱਗ ਹੈ। ਜਿਹੜੀ ਕਵਿਤਾ ਰਿਦਮ ਵਾਲੀ ਹੈ, ਉਹ ਸ਼ਾਇਦ ਉਹ ਦੌਰ, ਕਿਉਂਕਿ ਰਿਦਮ ਨਾਲ ਕਰਦੇ ਤੁਹਾਨੂੰ ਬਹੁਤ ਸਾਰੇ ਕੰਪਰੋਮਾਈਜ਼ ਹੀ ਕਰਨੇ ਪੈਂਦੇ। ਤੁਸੀਂ ਆਪਣੇ ਆਪ ਨਾਲ ਨਹੀਂ, ਜੋ ਤੁਹਾਡੇ ਅੰਦਰ ਹੈ ਨਾ, ਉਹ ਤੁਸੀਂ ਉੱਥੇ ਕਿਤੇ ਨਾ ਕਿਤੇ ਥੋੜੀ ਜਿਹੀ ਕਿਤੇ ਡਿਸਟੈਂਸ ਰਹਿ ਜਾਂਦਾ। ਤੁਸੀਂ ਆਪਣੇ ਆਪ ਨਾਲ ਸੰਵਾਦ, ਇਹ ਖੁੱਲੀ ਕਵਿਤਾ 'ਚ ਤੁਸੀਂ ਆਪਣੇ ਆਪ ਨਾਲ ਸੰਵਾਦ ਕਰ ਸਕਦੇ ਹੋ। ਤੇ ਅੱਜ ਦਾ ਜੋ ਖੁੱਲੀ ਕਵਿਤਾ ਮੈਨੂੰ ਤਾਂ ਲੱਗਦਾ। ਪ੍ਰਵਾਨਾ ਜੀ, ਅੱਜ ਬਹੁਤ ਸਾਰਥਕ ਗੱਲਾਂ ਹੋਈਆਂ। ਮੈਨੂੰ ਮੇਰੀ ਜਾਣਕਾਰੀ ਵਿੱਚ ਵੀ ਵਾਧਾ ਹੋਇਆ ਤੁਹਾਨੂੰ ਮਿਲ ਕੇ, ਸਾਡੇ ਵੇਖਣ ਵਾਲੇ ਸੁਣਨ ਵਾਲੇ ਦਰਸ਼ਕਾਂ 'ਚ ਵੀ। ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ, ਤੁਸੀਂ ਆਏ, ਆਪਾਂ ਗੱਲਬਾਤ ਕੀਤੀ, ਸਾਡਿਆਂ ਮੈਨੂੰ ਤੇ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸਾਡੇ ਦੋਸਤੋ, ਇਹ ਅੰਬਰਾਂ ਦੇ ਸਰਨਾਮੇ ਪ੍ਰੋਗਰਾਮ 'ਚ ਸਾਡੇ ਬਹੁਤ ਹੀ ਪ੍ਰਤੀਬੱਧ ਲੇਖਕ, ਪਿਆਰੇ ਦੋਸਤ, ਜਿਨ੍ਹਾਂ ਨੇ ਵਡਮੁੱਲੀਆਂ ਕਿਰਤਾਂ ਪੰਜਾਬੀ ਸਾਹਿਤ ਦੀ ਝੋਲੀ 'ਚ ਪਾਈਆਂ, ਬਲਬੀਰ ਪ੍ਰਵਾਨਾ ਜੀ। ਆਪਾਂ ਇਹਨਾਂ ਨੂੰ ਬਹੁਤ ਜਲਦੀ ਸੁਣਾਂਗੇ। ਅਗਲੇ ਪ੍ਰੋਗਰਾਮ 'ਚ ਫਿਰ ਕਿਸੇ ਹੋਰ ਸ਼ਖਸੀਅਤ ਨਾਲ ਮਿਲਦੇ ਹਾਂ। ਉਦੋਂ ਤੱਕ ਇਜਾਜ਼ਤ ਤੁਹਾਡਾ ਸਾਰਿਆਂ ਦਾ, ਦੋਸਤਾਂ ਦਾ, ਸੁਣਨ ਵਾਲਿਆਂ ਦਾ, ਮਿੱਤਰਾਂ ਦਾ, ਸਲਾਹਕਾਰਾਂ ਦਾ ਬਹੁਤ ਬਹੁਤ ਧੰਨਵਾਦ।